ਅਮ੍ਰਿਤਾ ਪ੍ਰੀਤਮ ਦੀ ਪੁਸਤਕ ਆਵਾਜ਼ ਦੀ ਦੁਨੀਆ, ਅਗਲਾ ਅੰਗ, 15 ਅਗਸਤ 1965। ਦੇਸ ਦੀ ਹਵਾ 'ਚ ਹੁਣ ਉਹ ਸਹਿਜਤਾ ਨਹੀਂ ਸੀ। ਸੱਤਾ ਦੀ ਕਸ਼ਿਸ਼ ਨੇ ਹਵਾ ਕੁਝ ਤੱਤੀ ਕਰ ਦਿੱਤੀ ਸੀ ਤੇ ਇਹ ਆਸਾਰ ਕਿਸੇ ਦੂਰ ਦੇ ਦੁਖਾਂਤ ਵੱਲ ਇੱਕ ਸੰਕੇਤ ਬਣਦੇ ਪਏ ਸਨ। ਆਜ਼ਾਦੀ ਦਾ ਵਰ੍ਹੇ ਵਾਲਾ ਦਿਨ ਆਇਆ। ਮੈਨੂੰ ਸੰਗੀਤ ਰੂਪਕ ਲਿਖਣ ਲਈ ਆਖਿਆ ਗਿਆ ਤੇ ਅਹਿਸਾਸ ਹੋਇਆ ਕਿ ਜਿਹੜੀ ਘਾਲਣਾ ਸੁਤੰਤਰਤਾ ਵਾਸਤੇ ਸੀ, ਹੁਣ ਸਹਿਜ ਕਰਮ ਕਰਦੇ ਜਾਣ ਦੀ ਥਾਂ ਉਸ ਘਾਲਣਾ ਦੇ ਫਲ ਦੀ ਇੱਛਾ ਨੇ ਸਭ ਦਾ ਧਿਆਨ ਮੱਲ ਲਿਆ ਹੋਇਆ ਸੀ। ਇਸੇ ਅਹਿਸਾਸ ਨਾਲ ਭਰਿਆ ਸੰਗੀਤ ਰੂਪਕ ਲਿਖਿਆ। ਇੱਕ ਬੇੜੀਆਂ ਦਾ ਗੀਤ ਸੀ, ਹੱਥਕੜੀਆਂ ਦਾ ਗੀਤ ਸੀ, ਸਰਗਮ ਸੀ ਸਾਡੇ ਇਸ਼ਕ ਦੀ, ਜੇਲ ਪੰਚਮ ਸੁਰ ਸੀ ਤੇ ਸਤਵਾਂ ਸੁਰ ਸੂਲੀ ਸੀ। ਹੋਠ ਤੜਪ ਉੱਠੇ ਸਨ, ਬਹੁਤ ਬਹੁਤ ਮੁਸ਼ਕਲ ਸੀ, ਪਰ ਅਸਾਂ ਗੀਤ ਗਾਇਆ ਸੀ। ਇੱਕ ਬੇੜੀਆਂ ਦਾ ਗੀਤ ਸੀ, ਹੱਥਕੜੀਆਂ ਦਾ ਗੀਤ ਸੀ ਤੇ ਉਹ ਵੀ ਵਕਤ ਸੀ। ਆਵਾਜ਼ ਨਜ਼ਰਬੰਦ ਸੀ। ਇਹ ਹੁਕਮਾਂ ਦੇ ਹੁਕਮ ਮੋੜਦਾ, ਪੈਰਾਂ ਦਾ ਲੋਹਾ ਤੋੜਦਾ ਤੇ ਗਾਉਣ ਸੁਣਨ ਵਾਲਿਆਂ ਦੇ ਮੂੰਹ ਤੇ ਲਾਲੀ ਧੂੜਦਾ। ਸਾਰੇ ਦੇਸ਼ 'ਚ ਵਿਚਰਦਾ ਰਿਹਾ, ਗਲੀਆਂ ਦੇ ਵਿੱਚ ਫਿਰਦਾ ਰਿਹਾ ਤੇ ਗਰਮ ਸੁੱਚਾ ਲਹੂ ਬਣ ਕੇ ਰਗਾਂ 'ਚ ਤੁਰਦਾ ਰਿਹਾ। ਰਹਿਮਤ ਹੈ ਉਸੇ ਗੀਤ ਦੀ, ਨਿਮਤ ਹੈ ਉਸੇ ਗੀਤ ਦੀ ਕਿ ਬੇੜੀਆਂ ਦਾ ਗੀਤ ਅੱਜ ਪੈਰਾਂ ਦਾ ਗੀਤ ਹੈ, ਪੈਰਾਂ ਦੀ ਮੰਜ਼ਿਲ ਦਾ ਗੀਤ ਹੈ ਤੇ ਕੜੀਆਂ ਦਾ ਗੀਤ ਅੱਜ ਹੱਥਾਂ ਦਾ ਗੀਤ ਹੈ, ਹੱਥਾਂ ਦੀ ਮਿਹਨਤ ਦਾ ਗੀਤ ਹੈ। ਸਰਗਮ ਹੈ ਸਾਡੇ ਇਸ਼ਕ ਦੀ, ਮਿਹਨਤ ਕਸ਼ਾਂ ਦੇ ਇਸ਼ਕ ਦੀ। ਹੱਕ ਪੰਚਮ ਸਵਰ ਹੈ, ਸਤਵਾਂ ਸਵਰ ਸੁਤੰਤਰਤਾ। ਹੱਕ ਲੈਣਾ, ਹੱਕ ਦੇਣਾ ਤੇ ਸੁਤੰਤਰਤਾ ਨਾ ਖੋਣੀ ਨਾ ਖੋਹਾਣੀ, ਇੱਕੋ ਰਾਗ ਦੀ ਰੂਹੀ ਅਵਰੋਹੀ। ਬਹੁਤ ਬਹੁਤ ਮੁਸ਼ਕਿਲ ਹੈ, ਪਰ ਅਸਾਂ ਗੀਤ ਗਾਉਣਾ ਹੈ। ਭਰੀ ਮਹਿਫਿਲ ਵਾਲਿਓ, ਇਹ ਗੀਤ ਬਹੁਤ ਸੁੱਚਾ ਹੈ। ਅੱਜ ਸਾਜ਼ ਆਪਣੇ ਕੋਲ ਨਹੀਂ, ਆਵਾਜ਼ ਆਪਣੇ ਕੋਲ ਹੈ, ਪਰ ਗੀਤ ਦੀ ਕਿਸਮਤ ਦਾ ਸਵਾਲ ਹੈ, ਰਾਗ ਦੀ ਅਜ਼ਮਤ ਦਾ ਸਵਾਲ ਹੈ। ਯਾਦ ਰੱਖਣਾ, ਇਸ ਵਿੱਚ ਇੱਕ ਸਵਰ ਵਰਜਿਤ ਵੀ ਹੁੰਦਾ ਹੈ। ਅਗਲਾ ਕਾਂਡ, 11 ਜਨਵਰੀ 1966। ਸਤੰਬਰ 1965 'ਚ ਪਾਕਿਸਤਾਨ ਨੇ ਜੋ ਕਦਮ ਉਠਾਇਆ, ਉਹ ਹਿੰਦ ਪਾਕ ਦੋਹਾਂ ਵਾਸਤੇ ਅਜ਼ਾਬ ਹੋ ਗਿਆ, ਜਿਹਨੇ ਸੋਚਵਾਨਾਂ ਨੂੰ ਲੰਬੀਆਂ ਦੂਰ ਦੀਆਂ ਸੋਚਾਂ 'ਚ ਪਾ ਦਿੱਤਾ। ਸ੍ਰੀ ਲਾਲ ਬਹਾਦਰ ਸ਼ਾਸਤਰੀ ਉਦੋਂ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਸਨ ਤੇ ਜਿਵੇਂ ਕਿਵੇਂ ਗੱਲ ਇੱਥੇ ਨਿਬੜੀ ਕਿ ਤਾਸ਼ਕੰਦ 'ਚ ਜਾ ਕੇ ਦੋਹਾਂ ਪਾਸਿਆਂ ਦੇ ਨੇਤਾ ਲੋਕ ਗੱਲਬਾਤ ਕਰਨ, ਆਪਸ 'ਚ ਕੋਈ ਅਹਿਦਨਾਮਾ ਕਰਨ ਤੇ ਅਮਨ ਦਾ ਮਾਹੌਲ ਕਾਇਮ ਹੋਵੇ। ਤੇ ਇਸ ਤਾਸ਼ਕੰਦ ਦੀ ਗੱਲਬਾਤ ਉੱਤੇ ਫਿਰ ਬੜੀਆਂ ਉਮੀਦਾਂ ਲੱਗ ਗਈਆਂ, ਜਿਹਦੇ ਨਾਲ ਦੋਹਾਂ ਪਾਸਿਆਂ ਦੇ ਲੋਕਾਂ ਨੂੰ ਕੁਝ ਸੁੱਖ ਦਾ ਸਾਹ ਹੋਣਾ ਸੀ। ਤੇ ਕੁਦਰਤ ਦਾ ਇਹ ਰਾਜ਼ ਸਿਰਫ ਕੁਦਰਤ ਜਾਣਦੀ ਹੈ ਕਿ ਤਾਸ਼ਕੰਦ ਵਿੱਚ ਰਾਤ ਨੂੰ ਚੰਗੇ ਭਲੇ ਸੁੱਤੇ ਲਾਲ ਬਹਾਦਰ ਸ਼ਾਸਤਰੀ ਜੀ ਵਾਸਤੇ ਉਹ ਰਾਤ ਕਿਵੇਂ ਅਖੀਰੀ ਰਾਤ ਹੋ ਗਈ। ਇੱਕ ਨੇਕ ਦਿਲ ਨੇਤਾ ਮੁਲਕ ਕੋਲੋਂ ਗਵਾਚ ਗਿਆ ਤੇ ਉਹ ਕਾਗਜ਼ ਧਰੇ ਧਰਾਏ ਰਹਿ ਗਏ ਜਿਨ੍ਹਾਂ ਉੱਤੇ ਅਮਨ ਦੇ ਦਸਖਤ ਹੋਣੇ ਸਨ। ਉਹ 11 ਜਨਵਰੀ 1966 ਦੀ ਸਵੇਰ ਸੀ, ਜਿਹਨੇ ਸਾਡੇ ਪੂਰੇ ਦੇਸ਼ ਦਾ ਅਸਮਾਨ ਉਦਾਸ ਕਰ ਦਿੱਤਾ। ਦਿੱਲੀ ਰੇਡੀਓ ਵੱਲੋਂ, ਪੰਜਾਬੀ ਪ੍ਰੋਗਰਾਮ ਵੱਲੋਂ ਸ਼ਾਸਤਰੀ ਜੀ ਵਾਸਤੇ ਆਦਰ ਪੇਸ਼ ਹੋਣਾ ਸੀ, ਜਿਹਦੇ ਲਈ ਮੈਨੂੰ ਲਿਖਣ ਵਾਸਤੇ ਆਖਿਆ ਗਿਆ। ਮੇਰੇ ਸਾਹਮਣੇ ਅਮਨ ਦਾ ਇੱਕੋ ਲਫ਼ਜ਼ ਸੀ, ਅੱਜ ਦੀ ਲੋੜ ਵੀ ਤੇ ਆਉਣ ਵਾਲੇ ਕੱਲ੍ਹ ਦੀ ਲੋੜ ਵੀ। ਇਹੋ ਮਕਸਦ ਲੈ ਕੇ ਸ਼ਾਸਤਰੀ ਜੀ ਤਾਸ਼ਕੰਦ ਗਏ ਸਨ। ਇਸ ਲਈ ਮੇਰੀ ਸਾਰੀ ਸੋਚ ਇੱਕੋ ਨੁਕਤੇ 'ਤੇ ਖਲੋ ਗਈ ਕਿ ਗੱਲ ਉਸ ਮਕਸਦ ਦੀ ਹੋਣੀ ਚਾਹੀਦੀ ਹੈ ਜੋ ਸੰਗੀਤ ਰੂਪਕ ਲਿਖਿਆ। ਨਾਮ ਸੀ ਅਹਿਦਨਾਮਾ। ਅਮਨ ਦਾ ਇਹ ਅਹਿਦਨਾਮਾ, ਆਓ ਦੁਨੀਆ ਵਾਲਿਓ ਦਸਖਤ ਕਰੋ। ਕਾਗਜ਼ ਹੈ ਇਹ ਤਕਦੀਰ ਦਾ ਤੇ ਕਲਮ ਹੈ ਤਦਬੀਰ ਦੀ। ਅੱਜ ਕਲਮ ਦੇ ਵਿੱਚ ਅਮਲ ਦੀ ਸਿਆਹੀ ਭਰੋ, ਦਸਖਤ ਕਰੋ। ਨਫ਼ਰਤ ਦੀ ਕਾਲੀ ਰਾਤ ਹੈ, ਨਫ਼ਰਤ ਦੀ ਕਾਲੀ ਬਾਤ ਹੈ। ਠੋਕਰ ਨਾ ਲੱਗੇ ਇਲਮ ਨੂੰ, ਠੋਕਰ ਨਾ ਲੱਗੇ ਕਲਮ ਨੂੰ, ਦਿਲ ਦਾ ਚਿਰਾਗ ਬਾਲ ਕੇ ਸਾਵੇਂ ਧਰੋ, ਦਸਖਤ ਕਰੋ। ਆਵੋ ਕੇ ਜਿੰਦਾ ਮਹਿੰਗੀਆਂ, ਆਵੋ ਕੇ ਮੌਤਾਂ ਸਸਤੀਆਂ, ਓਏ ਹੁਸਨ ਦੇ ਵਣਜਾਰਿਓ, ਓਏ ਹੁਨਰ ਦੇ ਵਣਜਾਰਿਓ, ਅੱਜ ਆਪਣੇ ਆਪਣੇ ਇਸ਼ਕ ਨੂੰ ਜ਼ਾਮਨ ਧਰੋ, ਦਸਖਤ ਕਰੋ। ਬਰਕਤ ਤੇਰੀ ਆਵਾਜ਼ ਦੀ, ਬਰਕਤ ਮੇਰੀ ਆਵਾਜ਼ ਦੀ, ਤੇ ਬੂੰਦ ਬੂੰਦ ਜੋੜ ਕੇ ਸਾਗਰ ਭਰੋ, ਦਸਖਤ ਕਰੋ। ਦੀਨਾ ਮਾਨਾ ਵਾਲਿਓ ਦਸਖਤ ਕਰੋ, ਦੋਹਾਂ ਜਹਾਨਾਂ ਵਾਲਿਓ ਦਸਖਤ ਕਰੋ, ਨੇਮਾਂ ਤੇ ਧਰਮਾਂ ਵਾਲਿਓ ਦਸਖਤ ਕਰੋ, ਵੇ ਆਓ ਕਰਮਾਂ ਵਾਲਿਓ ਦਸਖਤ ਕਰੋ। ਅਗਲਾ ਅੰਗ ਹੈ ਮੈਂ ਜਨਤਾ। ਦੇਸ਼ ਦੀ ਆਜ਼ਾਦੀ ਦਾ ਤਸੱਵਰ ਜੋ ਸੁਪਨਿਆਂ 'ਚ ਵਸਿਆ ਹੋਇਆ ਸੀ, ਉਹ ਹੁਣ ਅੱਖਾਂ ਨੂੰ ਲੱਭਦਾ ਨਹੀਂ ਸੀ ਤੇ ਮਨ ਦੀ ਇਸ ਹਾਲਤ 'ਚ ਕੁਝ ਅੱਖਰ ਤੜਪ ਰਹੇ ਸਨ। ਰਾਣੀਆਂ ਪਟਰਾਣੀਆਂ ਮੈਂ ਰੋਜ਼ ਵੇਖਦੀ, ਹੱਥੀਂ ਸੁਹਾਗ ਦੇ ਕੰਗਣ, ਮੇਰੇ ਪੈਰੀ ਕਾਨੂੰਨ ਦੀ ਝਾਂਜਰ, ਉਹਨਾਂ ਦੀ ਤਲੀ ਵਾਸਤੇ ਮੈਂ ਰੋਜ਼ ਮਹਿੰਦੀ ਘੋਲਦੀ। ਕਦੇ ਕੁਝ ਨਹੀਂ ਬੋਲਦੀ, ਮੈਂ ਸਦਗੁਣੀ ਜਾਣਦੀ ਕਿ ਰੀਸ ਕਰਨੀ ਬੜਾ ਔਗੁਣ ਹੈ। ਸੇਜ ਉਹ ਨਹੀਂ ਪਰ ਸੇਜ ਦਾ ਸੁਆਮੀ ਉਹੀ। ਮੈਂ ਹਨੇਰੇ ਦੀ ਸੇਜ ਭੋਗਦੀ ਜਾਂ ਸੇਜ ਦਾ ਹਨੇਰਾ ਭੋਗਦੀ। ਕੁੱਖ ਮੇਰੀ ਬਾਲ ਜੰਮਦੀ ਹੈ ਪਰ ਵਾਰਸ ਨਹੀਂ ਜੰਮਦੀ।
ਬਾਲ ਮੇਰੇ ਬੜੇ ਬੀਬੇ ਸਦਗੁਣੇ, ਜਾਣਦੇ ਕਿ ਹੱਕ ਮੰਗਣਾ ਬੜਾ ਔਗੁਣ ਹੈ। ਬਾਲ ਮੇਰੇ ਚੁੱਪ ਕੀਤੇ ਜਵਾਨੀ ਕੱਟ ਲੈਂਦੇ ਨੇ ਤੇ ਸੇਵਾ ਸਾਂਭ ਲੈਂਦੇ ਨੇ ਕਿਸੇ ਨਾ ਕਿਸੇ ਦੇਸ ਰਤਨ ਦੀ। ਮੈਂ ਜਨਤਾ ਚੁੱਪ ਕੀਤੀ ਬੁਢੇਪਾ ਕੱਟ ਲੈਂਦੀ ਹਾਂ, ਅੱਖ ਦਾ ਇਸ਼ਾਰਾ ਸਮਝਦੀ ਇੱਕ ਚੰਗੀ ਰਖੇਲ ਆਪਣੀ। ਤੇ ਉਹੀ ਮੇਰੇ ਵਿਆਕੁਲ ਦਿਨ ਸਨ ਜਦੋਂ ਮੈਨੂੰ 15 ਅਗਸਤ ਦਾ ਦੇਸ਼ ਦੀ ਆਜ਼ਾਦੀ ਦੇ ਦਿਨ ਤੇ ਸੰਗੀਤ ਰੂਪਕ ਲਿਖਣ ਲਈ ਆਖਿਆ ਗਿਆ। ਇਹ ਗੱਲ 1968 ਦੀ ਹੈ। ਇਹ ਵੇਲਾ ਕੁਝ ਕਹਿਣ ਦਾ ਮੈਂ ਗਵਾਉਣਾ ਨਹੀਂ ਸੀ ਚਾਹੁੰਦੀ ਤੇ ਸਾਰੇ ਰੂਪਕ ਦੀ ਰੂਪ ਰੇਖਾ ਆਪਣੀ ਉਸੇ ਨਜ਼ਮ ਦੇ ਦੁਆਲੇ ਉਣਨਾ ਚਾਹੁੰਦੀ ਸੀ ਜੋ ਮੇਰੇ ਵਜੂਦ ਦੇ ਕਣ ਕਣ ਚੋਂ ਨਿਕਲੀ ਸੀ। ਇੱਕੋ ਰਾਹ ਸਾਹਮਣੇ ਸੀ ਕਿ ਮੈਂ ਆਪੇ ਹੀ ਆਪਣੀ ਨਜ਼ਮ ਵਿੱਚ ਥੋੜ੍ਹੀ ਜਿਹੀ ਤਰਮੀਮ ਕਰ ਦਿਆਂ, ਬਸ ਇੰਨੀ ਕੁ ਕਿ ਸਾਰੀ ਗੱਲ ਨੂੰ ਪ੍ਰਸਾਰਨ ਦਾ ਰਾਹ ਨਾ ਰੁਕ ਜਾਏ। ਪਤਾ ਸੀ ਕਿ 3 ਸਤਰਾਂ ਖਾਸ ਤੌਰ 'ਤੇ ਰਾਹ 'ਚ ਖਲੋ ਜਾਣੀਆਂ ਸਨ। ਇੱਕ ਕਿ ਬਾਲ ਮੇਰੇ ਸੇਵਾ ਸਾਂਭ ਲੈਂਦੇ ਨੇ ਕਿਸੇ ਨਾ ਕਿਸੇ ਦੇਸ ਰਤਨ ਦੀ। ਦੂਜੀ ਕਿ ਮੈਂ ਆਪਣੇ ਵਤਨ ਦੀ ਚੰਗੀ ਰਖੇਲ ਹਾਂ। ਤੀਜੀ ਕਿ ਕੁੱਖ ਮੇਰੀ ਬਾਲ ਜੰਮਦੀ ਹੈ ਪਰ ਵਾਰਸ ਨਹੀਂ ਜੰਮਦੀ। ਸੋ ਇਹਨਾਂ ਤਿੰਨੇ ਸਤਰਾਂ ਦੇ ਅੱਖਰ ਉਸ ਫੀਚਰ 'ਚ ਨਹੀਂ ਸਨ, ਪਰ ਇਹਨਾਂ ਦੀ ਆਤਮਾ ਉਸ ਫੀਚਰ 'ਚ ਵੀ ਕਾਇਮ ਸੀ। ਪੂਰਾ ਸੰਗੀਤ ਰੂਪਕ ਇੰਝ ਸੀ। ਮੇਰੀ ਧਰਤੀ ਮੇਰੇ ਲੋਕ, ਗੱਲ ਵਤਨ ਦੀ ਹੈ ਵਤਨਾਂ ਵਾਲਿਓ, ਹਿੰਮਤਾਂ ਵਾਲਿਓ ਵੀ ਜਤਨਾਂ ਵਾਲਿਓ। ਸੁਣੋ ਸੁਣੋ ਬਹਿ ਕੇ ਵਤਨਾਂ ਵਾਲਿਓ, ਮੰਝਧਾਰ ਦੀ ਗੱਲ ਹੈ ਸੁਣੋ ਬਹਿ ਕੇ। ਚੱਪੂਆਂ ਵਾਲਿਓ ਵੇ, ਪੱਤਣਾਂ ਵਾਲਿਓ ਵੇ, ਮੈਂ ਜਨਤਾ ਮੈਂ ਜਨਤਾ ਮੈਂ ਜਨਤਾ। ਉਹ ਕੌਣ ਹੈ ਜਿਹਨੂੰ ਮੈਂ ਰੋਜ਼ ਵੇਖਦੀ? ਸਿਰ 'ਤੇ ਮਖਮਲੀ ਸਾਇਆ, ਪੈਰੀਂ ਕਾਨੂੰਨ ਦੀ ਝਾਂਜਰ ਤੇ ਉਹਦੀ ਤਲੀ ਵਾਸਤੇ ਮੈਂ ਰੋਜ਼ ਮਹਿੰਦੀ ਘੋਲਦੀ। ਮੈਂ ਕਦੇ ਕੁਝ ਨਹੀਂ ਬੋਲਦੀ। ਇਹ ਬਾਲ ਮੇਰੇ ਚੁੱਪ ਕੀਤੇ ਜਵਾਨੀ ਕੱਟ ਲੈਂਦੇ ਨੇ ਤੇ ਮੈਂ ਜਨਤਾ ਚੁੱਪ ਕੀਤੀ ਬੁਢੇਪਾ ਕੱਟ ਲੈਂਦੀ ਹਾਂ। ਖੁਦਾ ਜਾਣੇ ਮੈਂ ਕੀ ਹਾਂ ਤੇ ਕੌਣ ਹਾਂ। ਮੈਂ ਆਪਣੇ ਵਤਨ ਦੀ, ਮੈਂ ਕਦੇ ਕੁਝ ਨਹੀਂ ਬੋਲਦੀ, ਕਦੇ ਕੁਝ ਨਹੀਂ ਬੋਲਦੀ। ਇਹ ਦਾਸਤਾਂ ਮੇਰੇ ਮਨ ਦੀ, ਅੱਧ ਭੁੱਖੇ ਤੇ ਅੱਧ ਢਕੇ ਤਨ ਦੀ। ਮੈਂ ਖੁਦ ਕਹਿੰਦੀ ਤੇ ਖੁਦ ਸੁਣਦੀ। ਖੁਦਾ ਜਾਣੇ ਮੈਂ ਕੀ ਹਾਂ ਤੇ ਕੌਣ ਹਾਂ ਮੈਂ ਆਪਣੇ ਵਤਨ। ਇਹ ਵਤਨ ਦੀ ਆਵਾਜ਼ ਹੈ, ਭਗਤ ਸਿੰਘ ਦੀ ਯਾਦ ਹੈ, ਸੁਭਾਸ਼ ਚੰਦਰ ਦਾ ਨਾਜ਼ ਹੈ, ਮੇਰੇ ਗਾਂਧੀ ਦਾ ਰਾਜ਼ ਹੈ ਤੇ ਮੇਰੇ ਜਵਾਹਰ ਲਾਲ ਦੇ ਸੁਪਨਿਆਂ ਦਾ ਸਾਜ਼ ਹੈ। ਇਹ ਜਨਤਾ, ਇਹ ਜਨਤਾ, ਇਹ ਜਨਤਾ, ਇਹ ਜਨਤਾ ਕਿ ਜਿਸ ਨੇ ਸੁਪਨਿਆਂ ਦੀ ਬਾਤ ਚੋਈ ਸੀ। ਇਹ ਰੋਈ ਸੀ ਤਾਂ ਲਾਜਪਤ ਤਿਲਕ ਦੀ ਵੀ ਅੱਖ ਰੋਈ ਸੀ। ਇਹ ਜਨਤਾ, ਇਹ ਜਨਤਾ, ਇਹ ਜਨਤਾ, ਸਰਫਰੋਸ਼ੀ ਦੀ ਤਮੰਨਾ ਜਦ ਕਦੀ ਵੀ ਗਾਈ ਸੀ। ਇਹ ਜਨਤਾ ਕਿ ਜਿਸ ਨੇ ਖੂਨ ਦੀ ਮਹਿੰਦੀ ਲਗਾਈ ਸੀ। ਇਹ ਜਨਤਾ, ਇਹ ਜਨਤਾ, ਇਹ ਜਨਤਾ, ਇਹ ਜਨਤਾ ਕਿ ਜਿਸ ਗੁਲਾਮੀਆਂ ਦੇ ਜ਼ਹਿਰ ਪੀਤੇ ਸੀ। ਇਹ ਜਨਤਾ ਕਿ ਜਿਹਨੇ ਫਾਂਸੀਆਂ ਦੇ ਸ਼ਗਨ ਕੀਤੇ ਸੀ। ਇਹ ਜਨਤਾ ਕਿ ਜਿਹਨੇ ਕਿਸਮਤਾਂ ਦੀ ਵਾਗ ਮੋੜੀ ਸੀ। ਇਹ ਜਨਤਾ ਕਿ ਜਿਹਨੇ ਪੈਰ ਦੀ ਜ਼ੰਜੀਰ ਤੋੜੀ ਸੀ। ਇਹ ਜਨਤਾ, ਇਹ ਜਨਤਾ, ਇਹ ਜਨਤਾ ਜੋ ਅੱਜ ਮੰਨਤ ਵੀ ਹੈ, ਮੁਰਾਦ ਵੀ, ਰਸਤਾ ਵੀ ਹੈ, ਮੰਜ਼ਿਲ ਵੀ ਹੈ, ਖੰਡਰ ਵੀ ਹੈ, ਬੁਨਿਆਦ ਵੀ। ਇਹ ਆਦ ਵੀ, ਜੁਗਾਦ ਵੀ, ਆਬਾਦ ਵੀ, ਬਰਬਾਦ ਵੀ, ਉਹ ਸੁਪਨਿਆਂ ਦੇ ਨਾ ਖੁਦਾ ਇਹ ਦਾਦ ਵੀ, ਫਰਿਆਦ ਵੀ। ਇਹ ਜਨਤਾ, ਇਹ ਜਨਤਾ, ਇਹ ਜਨਤਾ, ਇਹ ਜਨਤਾ ਕਿ ਜਿਸ ਨੇ ਸੁਪਨਿਆਂ ਦੀ ਬਾਤ ਛੋਈ ਸੀ। ਇਹ ਰੋਈ ਸੀ ਤਾਂ ਲਾਜਪਤ ਤਿਲਕ ਦੀ ਵੀ ਅੱਖ ਹੋਈ ਸੀ। ਇਹ ਚੀਜ਼ ਵੀ, ਨਾ ਚੀਜ਼ ਵੀ, ਜਵਾਬ ਵੀ, ਸਵਾਲ ਵੀ, ਇਹ ਸਬਰ ਵੀ, ਇਹ ਸ਼ੁਕਰ ਵੀ, ਇਹ ਰੰਜ ਵੀ, ਮਲਾਲ ਵੀ। ਇਹ ਚੀਜ਼ ਵੀ, ਨਾ ਚੀਜ਼ ਵੀ, ਸਵਾਲ ਵੀ, ਜਵਾਬ ਵੀ, ਇਹ ਚੁੱਪ ਵੀ ਹੈ ਵਕਤ ਦੀ ਤੇ ਉਸ ਦਾ ਇਨਕਲਾਬ ਵੀ। ਗੱਲ ਵਤਨ ਦੀ ਹੈ, ਵਤਨਾਂ ਵਾਲੇ ਹੋਵੇ, ਹਿੰਮਤਾਂ ਵਾਲੇ ਹੋਵੇ, ਜਤਨਾਂ ਵਾਲੇ ਹੋਵੇ। ਇਸ ਜਨਤਾ ਦਾ ਇੱਕ ਵਿਸ਼ਵਾਸ ਹੁੰਦਾ, ਇਹ ਵਿਸ਼ਵਾਸ ਜੋ 15ਵਾਂ ਰਤਨ ਕਹੀਏ। ਇਸ ਰਤਨ ਦੀ ਅੱਜ ਹੈ ਲੋੜ ਸਾਨੂੰ। ਆਓ ਫਿਰ ਸਮੁੰਦਰ ਨੂੰ ਰਿੜਕ ਲਈਏ। ਇਹ ਵਿਸ਼ਵਾਸ ਅੱਜ 15ਵਾਂ ਰਤਨ ਲੱਭੇ। ਸੁਣੋ ਸੁਣੋ 14 ਰਤਨ ਵਾਲੇ ਹੋਵੇ, ਗੱਲ ਵਤਨ ਦੀ ਏ, ਵਤਨਾਂ ਵਾਲੇ ਹੋਵੇ। ਰੇਤ ਦੇ ਕਿਣਕੇ ਜੋ ਰਲ ਕੇ ਚੱਟਾਨ ਵੀ ਬਣਦੇ, ਸਮੇਂ ਦੀ ਆਵਾਜ਼ ਚੁੱਪਚਾਪ ਸੁਣਦੇ। ਰੇਤ ਦੇ ਕਿਣਕੇ ਵਕਤ ਦੇ ਗਵਾਹ, ਵਕਤ ਦੀ ਗਰਦਸ਼ ਵੀ ਹੁੰਦੇ, ਤੂਫਾਨ ਵਾਂਗ ਉੱਠਦੇ ਜੋ ਪਾਣੀ ਦੇ ਵਾਂਗ ਸੌਂਦੇ, ਸਮੇਂ ਦੀ ਆਵਾਜ਼ ਚੁੱਪਚਾਪ ਸੁਣਦੇ ਵੀ ਹਨ। ਇਹ ਬਹੁਤ ਕੁਝ ਜਰਦੇ ਵੀ ਹਨ, ਬਹੁਤ ਕੁਝ ਕਰਦੇ ਵੀ ਹਨ। ਇਹ ਜਨਤਾ, ਇਹ ਜਨਤਾ, ਇਹ ਜਨਤਾ, ਇਹ ਪੈਰਾਂ 'ਚ ਉੱਗੇ ਨਿਮਾਣੇ ਘਾਹ ਦੀ ਹਰਿਆਲੀ ਵੀ ਹੈ ਤੇ ਸਿਰਾਂ ਤੋਂ ਉੱਚੇ ਤੇਜਮਈ ਸੂਰਜ ਦੀ ਲਾਲੀ ਵੀ ਹੈ। ਸਬਰ ਵਾਲੀ ਵੀ ਹੈ, ਸ਼ਕਤੀਸ਼ਾਲੀ ਵੀ ਹੈ, ਪਰ ਵਕਤ ਦੀ ਸਦਾ ਸੁਣੋ ਕਿ ਵਕਤ ਹਾਲੀ ਵੀ ਹੈ, ਵਕਤ ਹਾਲੀ ਵੀ ਹੈ। ਮੇਰੀ ਧਰਤੀ ਮੇਰੇ ਲੋਕ, ਇਹ ਦਾਵਾ, ਇਹ ਵਾਅਦਾ, ਇਹ ਹੱਕ ਪਛਾਣੇ ਲੋਕਾਂ ਦਾ, ਇਹ ਸ਼ਗਨ ਆਜ਼ਾਦੀ ਦਾ। ਧਰਤੀ ਨੇ ਅੱਜ ਵਰਤ ਖੋਲ੍ਹਣਾ, ਦਿਲ ਦੀ ਪਰਸੀ ਥਾਲੀ ਹੈ। ਇਹ ਦਿਉ ਕਿਸਮਤਾਂ ਵਾਲਾ ਏ, ਇਹ ਰਾਤ ਕਰਾਰਾਂ ਵਾਲੀ ਹੈ। ਮੇਰੀ ਧਰਤੀ ਮੇਰੇ ਲੋਕ, ਇਹ ਮੰਗ ਪਛਾਣੇ ਲੋਕਾਂ ਦੀ, ਇਹ ਲਗਨ ਆਜ਼ਾਦੀ ਦਾ, ਇਹ ਸ਼ਗਨ ਆਜ਼ਾਦੀ ਦਾ। ਹੱਥਾਂ ਦੇ ਵਿੱਚ ਮਿਹਨਤ ਦੇ ਅਸੀਂ ਸੱਜਰੇ ਫੁੱਲ ਲਿਆਏ ਹਾਂ, ਆਸਾਂ ਦੇ ਕੁਝ ਚੰਨ ਸਿਤਾਰੇ ਤੱਕਣ ਦੇ ਲਈ ਆਏ ਹਾਂ। ਇਹ ਆਸ ਪਛਾਣੇ ਲੋਕਾਂ ਦੀ, ਇਹ ਗਗਨ ਆਜ਼ਾਦੀ ਦਾ, ਇਹ ਹੱਕ ਪਛਾਣੇ ਲੋਕਾਂ ਦਾ, ਇਹ ਸ਼ਗਨ ਆਜ਼ਾਦੀ ਦਾ। ਕਲਾਕਾਰਾਂ ਨੇ ਜਿਸ ਤਰ੍ਹਾਂ ਇੱਕ ਇੱਕ ਹਰਫ ਨੂੰ ਉਠਾਇਆ ਤੇ ਦੁਹਰਾਇਆ ਸੀ, ਰੂਹ ਦੀ ਇੱਕ ਆਵਾਜ਼ ਹੋ ਕੇ ਇੱਕ ਮਾਹੌਲ ਬੰਨਿਆ ਸੀ,
ਉਹ ਰੇਡੀਓ ਦੇ ਇਤਿਹਾਸ 'ਚ ਇੱਕ ਧੜਕਦੀ ਘਟਨਾ ਸੀ। ਦ੍ਰਿਸ਼ 1919 1969 'ਚ ਸ਼ਾਇਦ ਫਰਵਰੀ ਦਾ ਮਹੀਨਾ ਸੀ ਜਦੋਂ ਇੰਦਰਾ ਜੀ ਨੇ ਇੱਕ ਛੋਟੀ ਜਿਹੀ ਮੀਟਿੰਗ ਬੁਲਾਈ ਕਿ ਇਸ ਵਾਰੀ ਅਪ੍ਰੈਲ ਦੇ ਮਹੀਨੇ ਅੰਮ੍ਰਿਤਸਰ ਜਲ੍ਹਿਆਂਵਾਲੇ ਬਾਗ ਦਾ ਸਾਕਾ ਸਾਹਮਣੇ ਰੱਖ ਕੇ ਕੋਈ ਬਹੁਤ ਵੱਡਾ ਪ੍ਰੋਗਰਾਮ ਪੇਸ਼ ਹੋਣਾ ਚਾਹੀਦਾ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਦੀ ਯਾਦ ਵਿੱਚ। ਅਤੇ ਉਹਦੀ ਰੂਪ ਰੇਖਾ ਇਸ ਤਰ੍ਹਾਂ ਬਣੀ ਸੀ ਕਿ ਸੌਂਗ ਐਂਡ ਡਰਾਮਾ ਡਿਵੀਜ਼ਨ ਲਾਈਟ ਐਂਡ ਸਾਊਂਡ ਦਾ ਮੀਡੀਆ ਵਰਤ ਕੇ ਉਸ ਪੂਰੇ ਵਾਕਿਆ ਨੂੰ ਦੁਹਰਾਏਗਾ ਜਿਹਦਾ ਸ਼ਾਇਰੀ ਵਾਲਾ ਪਹਿਲੂ ਅੰਮ੍ਰਿਤਾ ਲਿਖੇਗੀ ਅਤੇ ਨਸਰ ਵਾਲਾ ਪਹਿਲੂ ਮੋਹਨ ਰਾਕੇਸ਼। ਅਸਲ ਗੱਲ ਪੇਸ਼ਕਸ਼ ਦੀ ਸੀ ਜਿਹਦੇ ਲਈ ਕਰਨਲ ਗੁਪਤੇ ਨੇ ਸੱਚਮੁੱਚ ਇੱਕ ਜਾਦੂ ਜਗਾਤਾ ਸੀ। ਜਲ੍ਹਿਆਂਵਾਲੇ ਬਾਗ 'ਚ ਚਾਨਣ ਤੇ ਹਨੇਰਾ ਜਲ੍ਹਿਆਂਵਾਲੇ ਬਾਗ 'ਚ ਚਾਨਣ ਤੇ ਹਨੇਰਾ ਇਸ ਤਰ੍ਹਾਂ ਵਿਛਾਏ ਗਏ ਸਨ। ਨਾਲ ਹੀ ਮਾਈਕ੍ਰੋਫੋਨ ਇਸ ਤਰ੍ਹਾਂ ਤਰਤੀਬ ਦਿੱਤੇ ਗਏ ਕਿ ਜ਼ਿਕਰ ਉਸ ਕੰਧ ਉੱਤੇ ਗੋਲੀਆਂ ਚੱਲਣ ਦਾ ਹੁੰਦਾ ਜਿੱਥੇ ਅਜੇ ਤੱਕ ਗੋਲੀਆਂ ਦੇ ਛੇਕ ਦਿਸਦੇ ਹਨ ਤਾਂ ਵੇਖਣ ਵਾਲੇ ਦਾ ਸਾਰਾ ਧਿਆਨ ਉਸ ਕੰਧ ਵੱਲ ਹੋ ਜਾਂਦਾ। 1919 ਦੀ ਭਿਆਨਕਤਾ ਅੱਖਾਂ ਅੱਗੇ ਵੀ ਤੇ ਜ਼ਹਿਨ ਵਿੱਚ ਵੀ ਵਾਪਰਦੀ ਦਿਸ ਰਹੀ ਸੀ। ਜਿਨ੍ਹਾਂ ਨੇ ਖੂਹ 'ਚ ਛਾਲਾਂ ਮਾਰੀਆਂ ਸਨ, ਖੂਹ 'ਚ ਵਿਛਾਏ ਹੋਏ ਮਾਈਕ੍ਰੋਫੋਨ ਮੌਤ ਦੇ ਉਸ ਖੂਹ 'ਚੋਂ ਆਵਾਜ਼ਾਂ ਨੂੰ ਉਛਾਲ ਰਹੇ ਸਨ। ਜਿਹੜੀ ਭੀੜੀ ਗਲੀ ਵੱਲੋਂ ਡਾਇਰ ਨੇ ਆ ਕੇ ਗੋਲੀਆਂ ਚਲਾਈਆਂ ਸਨ, ਜਦੋਂ ਉਹਦੀ ਭਿਆਨਕ ਆਮਦ ਨੂੰ ਕਈ ਮਾਈਕ੍ਰੋਫੋਨ ਉਸ ਪਾਸਿਓਂ ਆਉਂਦੀ ਵਿਖਾ ਰਹੇ ਸਨ ਤਾਂ ਵੇਖਣ ਵਾਲੇ ਹੈਰਾਨ ਪਿਛਾਂਹ ਮੁੜ ਕੇ ਉਸ ਗਲੀ ਵੱਲ ਵੇਖ ਰਹੇ ਸਨ। ਮੈਂ ਤੇ ਮੋਹਨ ਰਾਕੇਸ਼ ਵੀ 3 ਦਿਨ ਅੰਮ੍ਰਿਤਸਰ ਰਹੇ ਸੀ। ਸਭ ਕੁਝ ਲਿਖਿਆ ਦਿੱਲੀ ਵਿੱਚ ਸੀ, ਰਿਕਾਰਡ ਵੀ ਦਿੱਲੀ 'ਚ ਹੋਇਆ ਸੀ, ਪਰ ਉਸ ਖੂਨੀ ਵਾਕਿਆ ਵਾਸਤੇ ਜੋ ਕਲਾਕਾਰ ਕਿਰਦਾਰਾਂ ਦੀ ਸੂਰਤ ਵਿੱਚ ਚਾਹੀਦੇ ਸਨ ਉਹ ਸਾਰੇ ਵੀ ਉੱਥੇ ਸਨ। ਇਹ ਪੇਸ਼ਕਸ਼ 3 ਦਿਨ ਵਾਸਤੇ ਰੱਖੀ ਗਈ ਸੀ, ਪਰ ਜਿਉਂ-ਜਿਉਂ ਅੰਮ੍ਰਿਤਸਰ ਦੇ ਨੇੜੇ ਤੇੜੇ ਵਾਲੇ ਪਿੰਡਾਂ ਸ਼ਹਿਰਾਂ ਨੂੰ ਪਤਾ ਲੱਗਦਾ ਗਿਆ ਉਹ ਰੋਜ਼ ਹੁਮ-ਹੁਮਾ ਕੇ ਆਉਣ ਲੱਗ ਪਏ। ਇੰਝ ਇਹ ਪੇਸ਼ਕਸ਼ 1.5 ਮਹੀਨਾ ਚੱਲਦੀ ਰਹੀ ਸੀ। ਕਰਨਲ ਗੁਪਤੇ ਬਾਕੀ ਸਾਰੇ ਕਲਾਕਾਰਾਂ ਦਾ ਉੱਥੇ ਰਹਿਣਾ ਲਾਜ਼ਮੀ ਸੀ, ਉਹ ਰਹੇ। ਸਿਰਫ ਮੇਰਾ ਤੇ ਮੋਹਨ ਰਾਕੇਸ਼ ਦਾ ਕੰਮ ਖਤਮ ਹੋ ਚੁੱਕਾ ਸੀ। ਅਸੀਂ ਦਿੱਲੀ ਪਰਤ ਆਏ ਸਾਂ। ਉਸ ਦ੍ਰਿਸ਼ 1919 'ਚ ਜੋ ਹਿੱਸਾ ਮੈਂ ਨਜ਼ਮ ਰਾਹੀਂ ਲਿਖਿਆ ਸੀ ਉਹ ਨਜ਼ਮ ਹੈ। ਜੀਵਨ ਦੀਆਂ ਦੁਸ਼ਵਾਰੀਆਂ, ਮਜਬੂਰੀਆਂ, ਲਾਚਾਰੀਆਂ, ਇਹ ਜਿਲਤਾਂ, ਇਹ ਖੁਆਰੀਆਂ, ਮਿੱਟੀ 'ਚ ਰੀਂਗਣ ਹਸਰਤਾਂ, ਗੁਲਾਮੀ ਦੀਆਂ ਇਹ ਲਾਹਨਤਾਂ, ਗੁਲਾਮਾਂ ਦੀਆਂ ਇਹ ਕਿਸਮਤਾਂ। ਇੱਕ ਕਹਿਰ ਸੀ ਜੋ ਕਰ ਲਿਆ, ਇੱਕ ਸਬਰ ਸੀ ਜੋ ਜਰ ਲਿਆ, ਇੱਕ ਜ਼ਹਿਰ ਸੀ ਜੋ ਪੀ ਲਿਆ, ਇੱਕ ਮੌਤ ਨੂੰ ਅਸਾਂ ਜੀ ਲਿਆ। ਛਾਤੀ 'ਚ ਅੱਗ ਬਲਦੀ ਪਈ, ਅੱਖਾਂ 'ਚ ਪਾਣੀ ਵਹਿ ਰਿਹਾ, ਸੁਣੋ 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 ਸੁਣੋ, ਇਹ ਵਕਤ ਕੀ ਕੁਝ ਕਹਿ ਰਿਹਾ, ਇਹ ਵਕਤ ਕੀ ਕੁਝ ਸਹਿ ਰਿਹਾ, ਇਹ ਵਕਤ ਕੀ ਕੁਝ ਕਹਿ ਰਿਹਾ। ਮੈਂ ਵਕਤ ਇੱਕ ਸਵਾਲ ਹਾਂ, ਕੰਧਾਂ ਤੇ ਖੂਹਾਂ 'ਚੋਂ ਉੱਠਿਆ ਸਵਾਲ, ਲੱਖਾਂ ਹੀ ਰੂਹਾਂ 'ਚੋਂ ਉੱਠਿਆ ਸਵਾਲ, ਤੇ ਉਹਨਾਂ ਦੇ ਮੂੰਹਾਂ 'ਚੋਂ ਉੱਠਿਆ ਸਵਾਲ। ਇਹ ਜ਼ਰਦ ਚਿਹਰੇ, ਸਰਦ ਲਾਸ਼ਾਂ, ਹਨੇਰਾ ਹਨੇਰਾ ਤੇ ਹੋਠਾਂ ਦੇ ਉੱਤੇ ਸੰਗੀਨਾਂ ਦਾ ਪਹਿਰਾ, ਇਹ ਘਾਇਲ ਉਮੀਦਾਂ, ਇਹ ਜ਼ਖਮੀ ਆਵਾਜ਼ਾਂ, ਇਹ ਖੂਨੀ ਸਵੇਰਾਂ, ਇਹ ਕਾਲੀਆਂ ਦੁਪਹਿਰਾਂ। ਆਵੋ ਕਿ ਆਵੋ ਹਨੇਰਾ ਜਲਾਓ, ਬਾਦਸ਼ਾਹੀਆਂ ਦੇ ਅੱਗੇ, ਸ਼ਹਿਨਸ਼ਾਹੀਆਂ ਦੇ ਅੱਗੇ ਇਹ ਸਿਰ ਨਹੀਂ ਝੁਕੇਗਾ, ਨਹੀਂ ਝੁਕੇਗਾ। ਇਹ ਜਵਾਨੀ ਦਾ ਦਾਵਾ, ਇਹ ਛਾਤੀ ਦਾ ਲਾਵਾ, ਇਹ ਹੁਣ ਨਹੀਂ ਰੁਕੇਗਾ, ਨਹੀਂ ਰੁਕੇਗਾ। ਇਹ ਕੰਧਾਂ, ਇਹ ਕੂਚੇ, ਬਰਬਾਦ ਗਲੀਆਂ, ਇਹ ਕੱਖਾਂ 'ਚ ਰੁਲੀਆਂ ਤੇ ਦੁੱਖਾਂ 'ਚ ਪਲੀਆਂ, ਤੇ ਵੇਖੋ ਇਹ ਗਲੀਆਂ ਗੁਲਾਮੀ ਦੀ ਦੁਨੀਆ ਨੂੰ ਅੱਗ ਲਾਉਣ ਚੱਲੀਆਂ। ਇਹ ਤਖਤ ਢਾਵੋ, ਇਹ ਤਾਜ਼ ਲਾਵੋ, ਆਵੋ ਕਿ ਆਵੋ ਹਨੇਰਾ ਜਲਾਓ। 26 ਜਨਵਰੀ 1971 ਦੇਸ਼ ਦੀ ਆਜ਼ਾਦੀ ਦਾ ਸੁਪਨਾ ਜਦੋਂ ਲੋਕਾਂ ਨੇ ਅੱਖਾਂ 'ਚ ਪਾਇਆ ਸੀ, ਉਹਨਾਂ ਦੀ ਰੂਹ 'ਚ ਇੱਕ ਜਲਾਲ ਆ ਗਿਆ ਸੀ। ਕਿਸੇ ਅਕੀਦੇ ਲਈ ਮਰ ਮਿਟਣਾ ਉਹਨਾਂ ਲਈ ਰੋਜ਼ ਦੀ ਗੱਲ ਹੋ ਗਈ ਸੀ। ਪਰ ਹੁਣ ਦੇਸ਼ ਆਜ਼ਾਦ ਸੀ। ਇਸ ਪਰ ਦਾ ਇਤਿਹਾਸ ਬਹੁਤ ਲੰਮਾ ਹੈ, ਜਿੱਥੇ ਮੈਂ ਸਿਰਫ ਇਹ ਕਹਿਣਾ ਹੈ ਕਿ 1971 'ਚ 26 ਜਨਵਰੀ ਵਾਲੇ ਦਿਨ ਮੈਨੂੰ ਜੋ ਪੇਸ਼ ਕਰਨ ਲਈ ਆਖਿਆ ਗਿਆ, ਮੇਰੇ ਮਨ 'ਚ ਵਰਤਮਾਨ ਦੇ ਨਜ਼ਰੀਏ ਵਾਸਤੇ ਉਲੰਭਾ ਵੀ ਸੀ, ਤੇ ਜਿਹੜੇ ਦੇਸ਼ ਆਜ਼ਾਦੀ ਦੇ ਦਿਨ ਵਾਸਤੇ ਕੁਰਬਾਨ ਹੋਏ ਸੀ ਉਹਨਾਂ ਦੇ ਆਦਰ ਪਿਆਰ ਵਿੱਚ ਮਨ ਭਰਿਆ ਹੋਇਆ ਸੀ। ਤੇ ਸਭ ਕੁਝ ਨੂੰ ਲੈ ਕੇ ਜੋ ਸੰਗੀਤ ਰੂਪਕ ਲਿਖਿਆ ਉਹ ਸੀ ਸੱਚ ਦੀ ਧੂਣੀ। ਇਹ ਰੂਪਕ 26 ਜਨਵਰੀ ਵਾਲੇ ਦਿਨ ਪ੍ਰਸਾਰਿਤ ਹੋਇਆ ਸੀ। ਇਹ ਸੰਗੀਤ ਤੇ ਸ਼ਾਇਰੀ ਦਾ ਆਲਮ ਸੀ। ਪੀਰਾਂ ਫਕੀਰਾਂ ਵਾਲੀ ਧੂਣੀ ਨੂੰ ਅੱਜ ਦੇ ਵੇਲੇ 'ਚ ਸੱਚ ਦੀ ਧੂਣੀ ਆਖ ਕੇ ਪਹਿਲਾਂ ਤਾਂ ਇੱਕ ਆਜ਼ਾਦ ਮੁਲਕ ਦੀ ਰਾਜ ਸੱਤਾ ਬਾਰੇ ਜੋ ਤਸ਼ਰੀਹ ਮੇਰੇ ਮਨ 'ਚ ਵਸੀ ਹੋਈ ਸੀ ਮੈਂ ਉਹਦੀ ਗੱਲ ਕਰ ਸਕੀ। ਰਾਜ ਕਮਾਉਣਾ, ਜੋ ਕਮਾਉਣਾ, ਧੂਣੀ ਦੀ ਅਸ਼ਨਾਈ, ਰਾਜ ਜੋਗ ਦਾ ਬਿਖੜਾ ਪੈਂਡਾ, ਅੱਗ ਕਰੋ ਰੁਸ਼ਨਾਈ। ਤੇ ਧੂਣੀ ਦਾ ਕਿਰਦਾਰ ਕੀ ਹੁੰਦਾ ਹੈ, ਧੂਣੀ ਦੇ ਬਹਿਣ ਵਾਲਿਆਂ ਦਾ ਜਾਹੋ ਜਲਾਲ ਕੀ ਹੁੰਦਾ, ਉਹ ਗੱਲ ਵੀ ਮੈਂ ਕਹਿ ਸਕੀ। ਸੱਚ ਦੀ ਧੂਣੀ ਜੋਗੀ ਬਹਿੰਦੇ, ਮੱਥੇ ਇਸ਼ਕ ਰਮਾਈ, ਸਾਰੇ ਦੁੱਖ ਤੇ ਸੁੱਖ ਲੋਕਾਂ ਦੇ ਆਪਣੇ ਅੰਗ ਰਚਾਈ। ਜ਼ਾਹਿਰ ਸੀ ਦੇਸ਼ ਦੀ ਆਜ਼ਾਦੀ ਵਾਸਤੇ ਜੋ ਤਪੱਸਿਆ ਕਰਦੇ ਹਨ, ਮੈਂ ਉਹਨਾਂ ਦੀ ਗੱਲ ਉਹਨਾਂ ਨੂੰ ਜੋਗੀ ਆਖ ਕੇ ਕੀਤੀ ਜੋ ਤਨ ਬਦਨ ਉੱਤੇ ਲੋਕਾਂ ਦੇ ਦੁੱਖਾਂ ਸੁੱਖਾਂ ਦੀ ਵਿਭੂਤੀ ਲਾਉਂਦੇ ਹਨ। ਜੋਗੀ ਲਫ਼ਜ਼ ਦੇ ਅਰਥ ਨੂੰ ਸਿਰਫ ਉਹੀ ਬਹੁਮੁਖੀ ਕਰ ਸਕਦੇ ਹਨ ਜਿਨ੍ਹਾਂ ਦੇ ਪਿੰਡੇ ਲੋਕਾਂ ਦਾ ਦੁੱਖ ਸੁੱਖ ਰਮ ਜਾਂਦਾ ਹੈ। ਧੂਣੀ ਲਫ਼ਜ਼ ਦੀ ਆਤਮਾ ਨੂੰ ਸੱਚ ਤੋਂ ਬਿਨਾਂ ਨਹੀਂ ਪਾਇਆ ਜਾ ਸਕਦਾ। ਧੂਣੀ ਦੀ ਆਤਮਾ ਦਾ ਦਰਸ਼ਨ ਸਿਰਫ ਸੱਚ ਨੂੰ ਹੁੰਦਾ ਹੈ। ਇਸ ਲਈ ਮੇਰੇ ਲਈ ਇੱਕ ਬਹੁਤ ਵੱਡਾ ਮੌਕਾ ਸੀ ਕਿ ਮੈਂ ਇਹਦੀ ਗੱਲ ਕਰ ਸਕਾਂ ਕਿ ਆਜ਼ਾਦੀ ਲਫ਼ਜ਼ ਨੇ ਕਿਹੋ ਜਿਹੇ
ਕੌਲ ਲੋਕਾਂ ਨਾਲ ਕੀਤੇ ਸਨ ਤੇ ਵਕਤ ਨੇ ਕਿਹੋ ਜਿਹੇ ਉਹਨਾਂ ਉੱਤੇ ਅਮਲ ਕੀਤਾ ਆਖ ਸਕੀ ਸੀ। ਕੀ ਕੌਲ ਅਸਾਂ ਸੀ ਕੀਤੇ, ਕੀ ਕੁਝ ਅਸਾਂ ਨਿਭਾਏ, ਕੀ ਕੁਝ ਚਾਹੇ ਧਰਤੀ ਮੇਰੀ, ਕੀ ਕੁਝ ਕਹੇ ਲੁਕਾਈ। ਅੱਗ ਦੀ ਸਾਖੀ ਬੋਲ ਜੋ ਬੋਲੇ, ਅਮਲ ਕਹੇ ਕੁ ਕੀਤੇ, ਲੋਕ ਰਾਜ ਦੀ ਇਸ ਦਰਗਾਹੇ ਅਮਲਾਂ ਦੀ ਸੁਣਵਾਈ। ਸੱਚ ਦੀ ਵੇਲਾ ਆਈ। 26 ਜਨਵਰੀ ਦੀ ਯਾਦ ਸੱਚ ਦੀ ਵੇਲਾ ਹੈ, ਉਹ ਤੋਂ ਕੁਝ ਵੀ ਘੱਟ ਨਹੀਂ, ਪੂਰਾ ਸੰਗੀਤ ਰੂਪਕ ਸੀ। ਸੱਚ ਦੀ ਧੂਣੀ। ਅੱਜ ਮੈਂ ਆਪਣੇ ਵਿਹੜੇ ਦੇ ਵਿੱਚ ਸੱਚ ਦੀ ਧੂਣੀ ਬਾਲੀ, ਇਸ ਧੂਣੀ ਦੀਆਂ ਲਾਟਾਂ ਜੀਕਣ ਦਿਓ ਚੜ੍ਹਦੇ ਦੀ ਲਾਲੀ। ਸੱਤ ਸਲਾਮਾਂ ਉਹਨੂੰ ਜਿਹੜਾ ਅੱਗ ਦਾ ਬੀਜ ਲਿਆਇਆ, ਸੱਤ ਸਲਾਮਾਂ ਉਹਨੂੰ ਜਿਹਨੇ ਅੱਗ ਦਾ ਖੇਤ ਬਿਜਾਇਆ, ਸੱਤ ਸਲਾਮਾਂ ਉਹਨੂੰ ਜਿਹਨੇ ਅੱਗ ਨੂੰ ਝੋਲੀ ਪਾਇਆ, ਸੱਤ ਸਲਾਮਾਂ ਉਹਨੂੰ ਜਿਹਨੇ ਅੱਗ ਦਾ ਫੁੱਲ ਵਰਤਾਇਆ। ਇਨਕਲਾਬ ਦੀ ਅੱਗ ਸੀ ਸਾਡੀ ਸੂਹੇ ਸ਼ਗਨਾਂ ਵਾਲੀ, ਮੈਂ ਸੱਚ ਦੀ ਧੂਣੀ ਬਾਲੀ। ਇੱਕ ਸਦੀ ਮੇਰੀ ਧੂਆਂ ਧੂਆਂ, ਲਾਟ ਨਾ ਨਜ਼ਰੀ ਆਏ, ਹਰ ਥਾਂ ਗੋਲੀ ਹਰ ਥਾਂ ਸੂਲੀ, ਵਾਟ ਨਾ ਨਜ਼ਰੀ ਆਏ। ਮੈਂ ਕੁਰਬਾਨ ਉਹਨਾਂ ਤੋਂ ਜਿਨ੍ਹਾਂ ਜਿੰਦ ਦੇ ਬਾਲਣ ਪਾਏ, ਮੈਂ ਕੁਰਬਾਨ ਉਹਨਾਂ ਤੋਂ ਜਿਨ੍ਹਾਂ ਅੱਗ ਦੇ ਕਾਜ ਰਚਾਏ। ਅੱਗ ਸੁਤੰਤਰਤਾ ਦੀ ਹੁੰਦੀ, ਚਾਨਣ ਦੀ ਮਤਵਾਲੀ, ਮੈਂ ਸੱਚ ਦੀ ਧੂਣੀ ਬਾਲੀ। ਸੱਚ ਦੀ ਧੂਣੀ ਜੋਗੀ ਬਹਿੰਦੇ, ਮੱਥੇ ਇਸ਼ਕ ਰਮਾਈ, ਸਾਰੇ ਦੁੱਖ ਤੇ ਸੁੱਖ ਲੋਕਾਂ ਦੇ ਆਪਣੇ ਅੰਗ ਰਚਾਈ। ਰਾਜ ਕਮਾਉਣਾ ਜੋਗ ਕਮਾਉਣਾ, ਧੂਣੀ ਦੀ ਅਸ਼ਨਾਈ, ਰਾਜ ਜੋਗ ਦਾ ਬਿਖੜਾ ਪੈਂਦਾ, ਅੱਗ ਕਰੇ ਰੁਸ਼ਨਾਈ। ਸੱਚ ਦੀ ਧੂਣੀ ਆਸ਼ਿਕ ਬਹਿੰਦੇ, ਮੱਥੇ ਚਿਣਗ ਛੁਆਈ, ਖੂਨ ਜਿਗਰ ਦਾ ਰੱਤੀ ਮਹਿੰਦੀ, ਤਲੀਆਂ ਉੱਤੇ ਲਾਈ। ਸੀਨੇ ਵਿੱਚ ਧਰਤੀ ਦਾ ਨੇਹਾ ਭੋਗਣ ਪੀੜ ਪਰਾਈ, ਹਰ ਕੁੱਲੀ ਨੂੰ ਦੀਵਾ ਵੰਡੇ, ਮੱਥੇ ਦੀ ਰੁਸ਼ਨਾਈ। ਦਰਦਾਂ ਦਾ ਰੰਗ ਸੂਹਾ ਕਹਿੰਦੇ, ਸੂਹੇ ਅੰਗਾਂ ਵਾਲੀ, ਮੈਂ ਸੱਚ ਦੀ ਧੂਣੀ ਬਾਲੀ। ਆ ਨਹੀਂ ਜਿੰਦੇ ਬਹੁ ਨਹੀਂ ਜਿੰਦੇ, ਸੱਚ ਦੀ ਵੇਲਾ ਆਈ, ਇਸ ਧੂਣੀ ਤੇ ਰੱਖ ਨਹੀਂ ਜਿੰਦੇ, ਜੋ ਜੋ ਕਰੀ ਕਮਾਈ। ਸੱਚ ਦੀ ਵੇਲਾ ਆਈ। ਜਿਸ ਧਰਤੀ ਨੇ ਕਰਮ ਕਮਾਇਆ, ਜਿਸ ਧਰਤੀ ਨੇ ਜਾਇਆ, ਉਸ ਧਰਤੀ ਦੇ ਦੁੱਖਾਂ ਦੀ ਗਾਥਾ ਕੀਕਣ ਸੁਣੀ ਸੁਣਾਈ। ਸੱਚ ਦੀ ਵੇਲਾ ਆਈ। ਕੀ ਕੁਝ ਕੌਲ ਅਸਾਂ ਸੀ ਦਿੱਤੇ, ਕੀ ਕੁਝ ਅਸਾਂ ਨਿਭਾਏ, ਕੀ ਕੁਝ ਚਾਹੇ ਧਰਤੀ ਮੇਰੀ, ਕੀ ਕੁਝ ਕਹੇ ਲੁਕਾਈ। ਸੱਚ ਦੀ ਵੇਲਾ ਆਈ। ਅੱਗ ਦੀ ਸਾਖੀ ਬੋਲ ਜੋ ਬੋਲੇ, ਅਮਲ ਕਹੇ ਕੁ ਕੀਤੇ, ਲੋਕ ਰਾਜ ਦੀ ਇਸ ਦਰਗਾਹੇ ਅਮਲਾਂ ਦੀ ਸੁਣਵਾਈ। ਸੱਚ ਦੀ ਵੇਲਾ ਆਈ। ਸੱਚ ਤਾਂ ਇਹੋ ਤਵਾਰੀਖ ਦੀ ਹੰਝ ਨਾ ਸੁੱਕੀ ਹਾਲੀ, ਮੈਂ ਸੱਚ ਦੀ ਧੂਣੀ ਬਾਲੀ। ਇਸ ਧੂਣੀ ਨੂੰ ਅੱਗ ਦੀਆਂ ਰੱਖਾਂ, ਇਸ ਧੂਣੀ ਨੂੰ ਜੱਗ ਦੀਆਂ ਰੱਖਾਂ, ਇਸ ਧੂਣੀ ਨੂੰ ਜੱਗ ਦੀਆਂ ਰੱਖਾਂ। ਅਗਲਾ ਅੰਗ ਹੈ ਫੱਗਣ। ਬਹਾਰ ਦੀ ਆਮਦ ਹੋ ਰਹੀ ਸੀ। ਫੱਗਣ ਨੂੰ ਆਉਣ ਵਾਲੇ ਚੇਤਰ ਦਾ ਜਿਵੇਂ ਖਤ ਮਿਲ ਚੁੱਕਾ ਸੀ, ਪਰ ਦੇਸ਼ ਦੇ ਹਾਲਾਤ ਇਹੋ ਜਿਹੇ ਸਨ ਕਿ ਅਜੇ ਉਹਨੂੰ ਕਿਸੇ ਚੰਗੇ ਭਵਿੱਖ ਦਾ ਖਤ ਨਹੀਂ ਸੀ ਮਿਲਿਆ। ਆਮ ਲੋਕਾਂ 'ਚ ਇੱਕ ਵਿਆਕੁਲਤਾ ਸੀ ਤੇ ਅਜਿਹੀ ਹਾਲਤ ਵਿੱਚ ਜਦੋਂ ਮੈਨੂੰ ਇੱਕ ਸੰਗੀਤ ਰੂਪਕ ਲਿਖਣਾ ਪਿਆ, ਮਨ ਦੀ ਸਾਰੀ ਪੀੜ ਅੱਖਰਾਂ 'ਚ ਉਤਰ ਆਈ। ਮੱਥੇ 'ਚ ਚਿੰਤਨ ਦਾ ਫੁੱਲ ਜ਼ਰੂਰ ਖਿੜਦਾ ਪਿਆ ਸੀ ਤੇ ਮੇਰੇ ਕੋਲੋਂ ਭਵਿੱਖ ਦੀ ਚਿੰਤਾ ਦਾ ਇਜ਼ਹਾਰ ਮੰਗਦਾ ਸੀ। ਲਿਖਿਆ, ਨੀ ਮਾਏ ਦੱਸ ਕਿਹੜੀਆਂ ਰੁੱਤਾਂ ਆਈਆਂ, ਮੇਰੇ ਮੱਥੇ 'ਚ ਫੁੱਲ ਖਿੜਿਆ, ਮੇਰੇ ਤਨ ਦੀ ਤੇ ਮਨ ਦੀ ਮਿੱਟੀ ਗੁਲਾਬੀ ਜਿਹਾ ਰੰਗ ਚੜਿਆ। ਅੱਜ ਖੜੀਆਂ ਦਲੀਜਾਂ ਉੱਤੇ ਨੀ ਮੈਂ ਜਾਗਦੀ ਤੇ ਨੈਣ ਮੇਰੇ ਸੁੱਤੇ, ਕਿਹਨੂੰ ਭਰ ਕੇ ਕਟੋਰਾ ਦੇਵਾਂ ਕਿ ਧੁੱਪਾਂ ਵਾਲਾ ਦੁੱਧ ਕੜਿਆ। ਮੇਰਾ ਤਨ ਖਰਵਾ ਮਨ ਕੂਲਾ, ਨੀ ਮੈਨੂੰ ਰੰਗ ਦੇ ਬਸੰਤੀ ਚੋਲਾ। ਅਸਾਂ ਚੇਤਰ ਮਾਂ ਦਾ ਲਿਖਿਆ ਸੁਨਹਿਰੀ ਜਿਹਾ ਖੱਤ ਪੜਿਆ। ਕਿਤੋਂ ਝਾਂਜਰਾਂ ਦੀ ਆਵਾਜ਼ ਪਈ ਆਵੇ, ਨੀ ਮੇਰਾ ਪੈਰ ਠੁਮਕਦਾ ਜਾਵੇ, ਮੇਰਾ ਸੁਪਨਾ ਬੋਲੀਆਂ ਪਾਵੇ, ਨੀ ਗਿੱਧਾ ਮੇਰੇ ਪਿੰਡ ਵੜਿਆ। ਦੱਸ ਕਿਹੜੀਆਂ ਰੁੱਤਾਂ ਆਈਆਂ, ਮੇਰੇ ਮੱਥੇ 'ਚ ਫੁੱਲ ਖਿੜਿਆ। ਆਖਾਂ ਤੇ ਆਖਾਂ ਮੈਂ ਕਿਸ ਨੂੰ ਆਖਾਂ, ਜਾਵਾਂ ਤੇ ਜਾਵਾਂ ਮੈਂ ਕਹਿ ਦਰ ਜਾਵਾਂ। ਦੇਸ ਤਾਂ ਮੇਰਾ ਸੱਜਣ ਸੁਣੀਂਦਾ, ਮੈਂ ਸੱਜਣ ਨੂੰ ਆਖ ਸੁਣਾਵਾਂ। ਸੱਜਣਾ ਜੀ ਪਾਇਆ ਰੁੱਤਾਂ ਨੇ ਫੇਰਾ, ਰੰਗਾਂ ਸੁਗੰਧਾਂ ਦਾ ਸੂਤਰ ਬਥੇਰਾ। ਦੇਵੋ ਤਾਂ ਦੇਵੋ ਦਿਲ ਦਾ ਅਟੇਰਨ, ਲਾਵੋ ਤਾਂ ਲਾਵੋ ਕਿਰਤਾਂ ਦੀ ਖੱਡੀ। ਮੈਂ ਨੰਗੀ ਲੁਕਾਈ ਅੱਜ ਆਖਣ ਆਈ ਕਿ ਸੱਜਣਾ ਜੀ ਇੱਕ ਜੋੜਾ ਹੁਣਾਵੋ ਤੇ ਮੇਰੇ ਭਵਿੱਖ ਦੇ ਗਲ ਵਿੱਚ ਪਾਵੋ। ਸੱਜਣ ਮੇਰੇ ਵਰਤਮਾਨ ਨੂੰ ਸੁਣ ਲੈ, ਜਿਹੜੇ ਹੱਥ 'ਚ ਭਵਿੱਖ ਫੜਿਆ। ਅੱਜ ਕਿਹੜੀਆਂ ਰੁੱਤਾਂ ਆਈਆਂ, ਮੇਰੇ ਮੱਥੇ 'ਚ ਫੁੱਲ ਖਿੜਿਆ। ਅਗਲਾ ਅੰਗ ਹੈ ਚਰਚਾ। ਰੇਡੀਓ ਵਾਰਤਾ ਅਕਸਰ ਇੱਕ ਚੰਗਾ ਸਿਲਸਿਲਾ ਸਾਬਤ ਹੁੰਦਾ ਹੈ। ਕਿਸੇ ਇੱਕ ਮਸਲੇ ਨੂੰ ਲੈ ਕੇ ਹਫ਼ਤਾਵਾਰੀ, 15 ਰੋਜ਼ਾ ਜਾਂ ਮਾਸਿਕ ਵਾਰਤਾ 'ਚ ਕਈ ਵਾਰੀ ਸਿਆਣੇ ਤੇ ਸੁਲਝੇ ਹੋਏ ਖਿਆਲਾਂ ਦੀ ਪੇਸ਼ਕਸ਼ ਸਾਹਮਣੇ ਆ ਜਾਂਦੀ ਹੈ। ਕਿਸੇ ਇੱਕ ਵਾਰੀ ਅਜਿਹੀ ਵਾਰਤਾ ਕਮਜ਼ੋਰ ਵੀ ਰਹਿ ਜਾਏ ਤਾਂ ਅਗਲੀ ਵਾਰ ਕਿਸੇ ਸਿਆਣੇ ਨਜ਼ਰੀਏ ਦੀ ਉਮੀਦ ਬਣੀ ਰਹਿੰਦੀ ਹੈ। ਪਰ ਵਾਰਤਾ ਦੀ ਥਾਂ ਚਰਚਾ ਸਿਲਸਿਲੇ 'ਚ ਅਕਸਰ ਵਕਤ ਅਜਾਈਂ ਗਿਆ ਲੱਗਦਾ ਹੈ। ਇਕੱਠੇ 3-4 ਵਿਚਾਰਸ਼ੀਲ ਲੋਕ ਇੱਕੋ ਬੈਠਕ 'ਚ ਜੋ ਆਪਣੇ ਆਪਣੇ ਨਜ਼ਰੀਏ ਨੂੰ ਪੇਸ਼ ਕਰਦੇ ਉਹ ਅਕਸਰ ਹਉਮੈ ਪ੍ਰਧਾਨ ਸੂਰਤ ਅਖਤਿਆਰ ਕਰ ਲੈਂਦੇ। 3-4 ਲੋਕਾਂ ਦੀ ਬੈਠਕ 'ਚ ਅਕਸਰ 1 ਜਾਂ 2 ਵਿਅਕਤੀ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਮੈਂ ਪ੍ਰਧਾਨ ਨਜ਼ਰੀਆ ਹਾਵੀ ਹੋਣ ਦੀ ਕੋਸ਼ਿਸ਼ ਵਿੱਚ ਸਭ ਕੁਝ ਉਲਝਾ ਕੇ ਰੱਖ ਦਿੰਦਾ ਹੈ। ਅਜਿਹੀ ਪੇਸ਼ਕਸ਼ ਮੈਨੂੰ ਕਈ ਵਾਰ ਹੁੰਦੀ ਸੀ। ਕਿਸੇ ਚਰਚਾ
'ਚ ਹਿੱਸਾ ਲੈਣ ਦੀ ਤੇ ਮੈਂ ਹਮੇਸ਼ਾ ਇਨਕਾਰ ਕਰ ਦਿੰਦੀ। ਪਰ ਇੱਕ ਵਾਰੀ ਬਹੁਤ ਹੀ ਜ਼ੋਰ ਪਾਇਆ ਗਿਆ ਤਾਂ ਹਾਂ ਕਹਿਤੀ। ਮਸਲਾ ਕੁਝ ਇਹੋ ਜਿਹਾ ਸੀ ਕਿ ਕੇਂਦਰੀ ਸੱਤਾ ਦਾ ਕੀ ਨਜ਼ਰੀਆ ਹੋਵੇ ਕਿ ਦੇਸ਼ ਦੇ ਸਭਨਾਂ ਹਿੱਸਿਆਂ 'ਚ ਵਿਕਾਸ ਦੀ ਸੰਭਾਵਨਾ ਵੱਧ ਜਾਏ। ਗੱਲਬਾਤ ਹਿੰਦੀ 'ਚ ਹੋਣੀ ਸੀ। ਮੈਨੂੰ ਜੋ ਦੂਸਰਾ ਨਾਂ ਦੱਸਿਆ ਗਿਆ ਉਹ ਜਨਿੰਦਰ ਕੁਮਾਰ ਜੀ ਦਾ ਸੀ। ਮੈਨੂੰ ਯਕੀਨ ਸੀ ਜਨਿੰਦਰ ਜੀ ਨਾਲ ਅਜਿਹਾ ਵਾਰਤਾਲਾਪ ਹੋ ਸਕਦਾ ਹੈ। ਤੀਸਰਾ ਨਾਂ ਅਜੇ ਸ਼ਾਇਦ ਵਿਚਾਰ ਗੋਚਰਾ ਸੀ ਜਿਹਦਾ ਮੈਨੂੰ ਪਤਾ ਨਹੀਂ ਸੀ, ਪਰ ਰੇਡੀਓ ਸਟੇਸ਼ਨ ਵਕਤ ਸਿਰ ਪਹੁੰਚ ਕੇ ਪਤਾ ਲੱਗਾ ਤੀਸਰਾ ਨਾਂ ਗੋਪਾਲ ਸਿੰਘ ਦਰਦੀ ਹੋਰਾਂ ਦਾ ਸੀ। ਇਹ ਕਿਹੜੇ ਸਾਲ ਮਹੀਨੇ ਦੀ ਗੱਲ ਹੈ ਮੈਨੂੰ ਹੁਣ ਯਾਦ ਨਹੀਂ, ਪਰ ਯਾਦ ਹੈ ਕਿ ਚਰਚਾ ਸ਼ੁਰੂ ਹੋਈ ਤਾਂ ਪਹਿਲੇ ਕੁਝ ਮਿੰਟਾਂ ਵਿੱਚ ਹੀ ਮੈਂ ਜਨਿੰਦਰ ਜੀ ਵੇਖਦੇ ਰਹਿ ਗਏ ਕਿ ਅਸੀਂ ਗਲਤ ਥਾਵੇਂ ਆ ਗਏ। ਸਹਿਜ ਮਨ ਸਹਿਜ ਆਵਾਜ਼ 'ਚ ਕੁਝ ਵੀ ਸੋਚਣ ਕਹਿਣ ਦੀ ਗੁੰਜਾਇਸ਼ ਨਹੀਂ ਸੀ। ਉਦੋਂ ਸੂਤਰਧਾਰ ਵਾਂਗ ਕੋਈ ਅਜਿਹਾ ਨਹੀਂ ਸੀ ਰੱਖਿਆ ਜਾਂਦਾ ਜੋ ਵਾਰੀ-ਵਾਰੀ ਰਾਏ ਪੁੱਛਦਾ ਤੇ ਸੁਣਦਾ ਸੁਣਵਾਉਂਦਾ ਹੋਵੇ ਤੇ ਦੂਜੇ ਨੂੰ ਕੁਝ ਕਹਿਣ ਦਾ ਮੌਕਾ ਆਪੇ ਹੀ ਦੇਣਾ ਸੀ, ਜੋ ਹੋ ਨਹੀਂ ਰਿਹਾ ਸੀ। ਜਾਂ ਦੂਜੇ ਦੀ ਗੱਲ ਨੂੰ ਅੱਧ ਵਿੱਚੋਂ ਤੋੜ ਕੇ ਜੇ ਕੋਈ ਆਪਣੇ ਹੱਥ ਲੈ ਲਵੇ ਤਾਂ ਉਹਨੂੰ ਰੋਕਣ ਵਾਲੀ ਉਹਦੀ ਆਪਣੀ ਜ਼ਮੀਰ ਹੀ ਹੋ ਸਕਦੀ ਸੀ, ਕੋਈ ਦੂਜਾ ਨਹੀਂ। ਇਸ ਲਈ ਉਸ ਚਰਚਾ ਤੋਂ ਬਾਅਦ ਮੈਂ ਫੇਰ ਕਦੇ ਕਿਸੇ ਚਰਚਾ ਸਿਲਸਿਲੇ 'ਚ ਸ਼ਾਮਲ ਹੋਣਾ ਨਹੀਂ ਚਾਹਿਆ। ਉਂਝ ਮੈਂ ਕੁਝ ਚਰਚਾ ਵਾਲੇ ਸਿਲਸਿਲੇ ਖਾਸ ਤੌਰ 'ਤੇ ਸੁਣੇ ਤੇ ਜਦੋਂ ਟੈਲੀਵਿਜ਼ਨ ਆ ਗਿਆ ਉਦੋਂ ਵੇਖੇ ਵੀ, ਤੇ ਹਮੇਸ਼ਾ ਇਹ ਜਾਪਿਆ ਕਿ ਗੱਲ ਕਦੇ ਵੀ ਕਿਤੇ ਅੱਪੜਦੀ ਨਹੀਂ, ਕਦੇ ਵੱਖੋ-ਵੱਖ ਅਕੀਦਿਆਂ 'ਚ ਤਕਸੀਮ ਹੋ ਕੇ ਉੱਥੇ ਦੀ ਉੱਥੇ ਹੀ ਰਹਿ ਜਾਂਦੀ ਹੈ। 5 ਸ਼ਾਇਰਾਂ ਦੇ ਤਕੀਏ। ਟੈਲੀਵਿਜ਼ਨ ਵਾਸਤੇ ਅਜੇ ਜਲੰਧਰ ਸਟੇਸ਼ਨ ਤਿਆਰ ਨਹੀਂ ਸੀ ਹੋਇਆ, ਪਰ 73 ਵਿੱਚ ਕੁਝ ਪ੍ਰੋਗਰਾਮ ਅੰਮ੍ਰਿਤਸਰ ਤੋਂ ਰਿਲੇ ਕਰਨ ਦਾ ਬੰਦੋਬਸਤ ਹੋਇਆ ਸੀ, ਪਰ ਰਿਕਾਰਡਿੰਗ ਦਿੱਲੀ ਸਟੇਸ਼ਨ 'ਤੇ ਹੁੰਦੀ ਸੀ। ਹਰਜੀਤ ਟੈਲੀਵਿਜ਼ਨ ਦੀ ਟ੍ਰੇਨਿੰਗ ਲੈ ਆਇਆ ਸੀ, ਪਰ ਉਹਦੀ ਡਾਇਰੈਕਸ਼ਨ ਵਿੱਚ ਪੰਜਾਬੀ ਪ੍ਰੋਗਰਾਮ ਅਜੇ ਦਿੱਲੀ 'ਚ ਹੀ ਰਿਕਾਰਡ ਹੁੰਦੇ ਸੀ। ਉਹ ਮੇਰਾ ਤੇ ਇਮਰੋਜ਼ ਦਾ ਦੋਸਤ ਸੀ ਤੇ ਉਹਨੇ ਕੋਈ ਪੰਜਾਬੀ ਸ਼ਾਇਰੀ ਦਾ ਪ੍ਰੋਗਰਾਮ ਕਰਨਾ ਸੋਚਿਆ ਜਿਹਦੀ ਇਬਤਦਾ ਭਾਈ ਵੀਰ ਸਿੰਘ ਤੇ ਪੂਰਨ ਸਿੰਘ ਤੋਂ ਹੋਵੇ। ਪ੍ਰੋਗਰਾਮ ਦੀ ਵਿਜ਼ੂਅਲਾਈਜ਼ੇਸ਼ਨ ਇਮਰੋਜ਼ ਨੇ ਕੀਤੀ, ਜਿਹਦੀ ਪੇਸ਼ਕਸ਼ ਹਰਜੀਤ ਨੇ ਕਰਨੀ ਸੀ। ਸੋਚਿਆ ਗਿਆ 5 ਸ਼ਾਇਰਾਂ ਦਾ ਮੁਸ਼ਾਹਰਾ ਕੀਤਾ ਜਾਏ ਜੋ ਅੱਜ ਨਹੀਂ ਹਨ। ਇਹਦੇ ਲਈ ਇਮਰੋਜ਼ ਨੇ ਹਰਜੀਤ ਨੂੰ ਕਹਿ ਕੇ 5 ਤਕੀਏ ਬਣਵਾਏ। 5 ਸ਼ਾਇਰ ਚੁਣੇ, ਭਾਈ ਵੀਰ ਸਿੰਘ, ਪੂਰਨ ਸਿੰਘ, ਧਨੀ ਰਾਮ ਚਾਤਰਿਕ, ਮੋਹਨ ਸਿੰਘ ਤੇ ਸ਼ਿਵ ਕੁਮਾਰ। ਇਹ 5 ਸ਼ਾਇਰਾਂ ਦੇ 5 ਤਕੀਏ ਸਨ ਜਿਨ੍ਹਾਂ ਨਾਲ ਹਰ ਸ਼ਾਇਰ ਦੀ ਕਿਤਾਬ ਨੇ ਢੋਹ ਲਾਈ ਹੋਈ ਸੀ। ਸਾਡੀ ਅਕੀਦਤ ਨੇ ਜਿਵੇਂ 5 ਸ਼ਾਇਰਾਂ ਦੀ ਆਤਮਾ ਦਾ ਆਵਾਹਨ ਕੀਤਾ। ਹਵਨ 'ਚ ਜਿਸ ਤਰ੍ਹਾਂ ਦੇਵੀ ਦੇਵਤਿਆਂ ਦਾ ਆਵਾਹਨ ਕੀਤਾ ਜਾਂਦਾ ਹੈ, ਇਸ ਪ੍ਰੋਗਰਾਮ ਦੀ ਰੂਹ ਵੀ ਕੁਝ ਇਸ ਤਰ੍ਹਾਂ ਸੀ। ਇਹਨਾਂ ਸ਼ਾਇਰਾਂ ਬਾਰੇ ਜੋ ਬੋਲਣਾ ਸੀ ਉਹ ਮੈਂ ਬੋਲਣਾ ਸੀ ਵਾਰੋ-ਵਾਰੀ, ਤੇ ਮੇਰੇ ਬੋਲ ਮੁੱਕਦਿਆਂ ਹੀ ਉਹਦੀ ਸ਼ਾਇਰੀ ਹੂਕ ਵਰਗੀ ਆਵਾਜ਼ 'ਚ ਗਾਈ ਜਾਣੀ ਸੀ। ਇਹ ਇਮਰੋਜ਼ ਦੀ ਸੋਚ ਸੀ ਕਿ ਜਿਸ ਸ਼ਾਇਰ ਦਾ ਕਲਾਮ ਗਾਇਆ ਜਾ ਰਿਹਾ ਹੋਵੇ ਉਸ ਵੇਲੇ ਇੱਕ ਅਗਰਬੱਤੀ ਉਸ ਤਕੀਏ ਦੇ ਸਾਹਮਣੇ ਤੇ ਉਸ ਕਿਤਾਬ ਦੇ ਸਾਹਮਣੇ ਬਲ ਰਹੀ ਹੋਵੇ। ਇਹ ਅਗਰਬੱਤੀ ਇਸ ਤਰ੍ਹਾਂ ਸੀ ਜਿਵੇਂ ਪਹਿਲੇ ਵੇਲਿਆਂ 'ਚ ਹਰ ਸ਼ਾਇਰ ਦੀ ਵਾਰੀ ਆਉਣ 'ਤੇ ਸ਼ਮਾ ਉਹਦੇ ਅੱਗੇ ਰੌਸ਼ਨ ਕੀਤੀ ਜਾਂਦੀ ਸੀ। ਇਹਨਾਂ ਸ਼ਾਇਰਾਂ ਦੇ ਕਲਾਮ ਨੂੰ ਗਾਉਣ ਵਾਸਤੇ ਜਵਾਲਾ ਪ੍ਰਸ਼ਾਦ ਤੇ ਸੰਤੋਸ਼ ਕੁਮਾਰ ਦੀਆਂ ਆਵਾਜ਼ਾਂ ਲਈਆਂ ਗਈਆਂ, ਜਿਨ੍ਹਾਂ ਨੇ ਗਾਉਂਦਿਆਂ ਨੂੰ ਵਿਖਾਇਆ ਨਹੀਂ ਸੀ। ਨਾ ਕੋਈ ਸਾਜ਼ ਨਾ ਕੋਈ ਗਾਉਣ ਵਾਲਾ ਸਾਹਮਣੇ ਸੀ, ਪਰ ਸਾਜ਼ ਦੀ ਹਵਾ 'ਚ ਗੂੰਜ ਰਹੇ ਸਨ, ਆਵਾਜ਼ਾਂ ਵੀ ਹਵਾ 'ਚ ਫੈਲ ਰਹੀਆਂ ਸਨ। ਇੱਕ ਬੜਾ ਯਾਦਗਾਰੀ ਵੇਲਾ ਸੀ ਜਿੱਥੇ ਸ਼ਾਇਰ ਮੁਸ਼ਾਇਰੇ 'ਚ ਨਹੀਂ ਸਨ ਬੈਠੇ ਹੋਏ, ਸ਼ਾਇਰੀ ਮੁਸ਼ਾਇਰੇ 'ਚ ਬੈਠੀ ਹੋਈ ਸੀ। ਇਹਦੇ ਲਈ ਇਮਰੋਜ਼ ਨੇ ਕਈ ਸਕੈਚ ਬਣਾਏ ਸ਼ਾਇਰਾਂ ਦੇ ਵੀ ਤੇ ਉਹਨਾਂ ਦੀ ਸ਼ਾਇਰੀ ਦੇ ਵੀ, ਜੋ ਗਾਉਣ ਵਾਲੇ ਵੇਲੇ ਵਿੱਚ ਸਾਹਮਣੇ ਸਕਰੀਨ 'ਤੇ ਆਉਂਦੇ ਰਹੇ। ਕਹਿ ਸਕਦੀ ਹਾਂ ਕਿ ਅਜਿਹਾ ਮੁਸ਼ਾਇਰਾ ਨਾ ਕਦੇ ਪਹਿਲੇ ਹੋਇਆ ਸੁਣਿਆ ਸੀ, ਨਾ ਅੱਜ ਤੱਕ ਕਦੇ ਫਿਰ ਹੋ ਸਕਿਆ ਹੈ। ਜਵਾਲਾ ਪ੍ਰਸ਼ਾਦ ਦੀ ਆਵਾਜ਼ ਚਿਰਾਂ ਤਾਈਂ ਸਭ ਦੇ ਕੰਨਾਂ 'ਚ ਬੈਠੀ ਰਹੀ। ਉਹਨੇ ਜਦੋਂ ਆਵਾਜ਼ ਚੁੱਕੀ ਸੀ, ਆ ਵੀਰਾ ਰਾਂਝਿਆ ਆ ਭੈਣੇ ਹੀਰੇ, ਸਾਨੂੰ ਛੋੜ ਨਾ ਜਾਓ ਤੁਸਾਂ ਬਿਨਾਂ ਅਸੀਂ ਸਖਣੇ, ਤੇ ਲਫ਼ਜ਼ ਜਦੋਂ ਦੁਹਰਾਏ ਜਾਂਦੇ ਰਹੇ ਇੱਕ ਮਾਹੌਲ ਤਾਰੀ ਹੋ ਗਿਆ ਸੀ, ਜਿਵੇਂ ਸਾਰਾ ਪੰਜਾਬ ਵਿਰਲਾਪੀ ਹੋਈ ਆਵਾਜ਼ 'ਚ ਭੈਣ ਹੀਰ ਨੂੰ ਤੇ ਵੀਰ ਰਾਂਝੇ ਨੂੰ ਇਹ ਧਰਤੀ ਛੱਡ ਕੇ ਨਾ ਜਾਣ ਲਈ ਆਖ ਰਿਹਾ ਹੋਵੇ। ਉਦੋਂ ਵੀਡੀਓ ਨਹੀਂ ਸੀ ਹੁੰਦਾ, ਜੇ ਹੁੰਦਾ ਤਾਂ ਜੋ ਸਾਰਾ ਕੁਝ ਮੇਰੇ ਕੋਲ ਸਾਂਭਿਆ ਹੁੰਦਾ, ਹੁਣ ਸਿਰਫ ਮੇਰੇ ਚੇਤੇ ਨੇ ਸਾਂਭਿਆ ਹੋਇਆ। ਸ਼ੌਕ ਸੁਰਾਹੀ। ਸੋਚਦੀ ਹੁੰਦੀ ਸਾਂ ਕਿ ਕਿਸੇ ਵੀ ਕਲਾ ਤੇ ਕਿਸੇ ਵੀ ਹੁਨਰ ਨੂੰ ਰਾਹ ਜਾਂਦੇ ਸਵਾਲ ਚੰਗੇ ਨਹੀਂ ਲੱਗਦੇ। ਇਹੋ ਜਿਹੀਆਂ ਦਖਲ ਅੰਦਾਜ਼ੀਆਂ ਨਾਲ ਉਹਨਾਂ ਨੂੰ ਅਕਸਰ ਵਾਹ ਪੈਂਦਾ ਹੈ। ਕਿਸੇ ਨਾਲ ਗੱਲਬਾਤ ਦਾ ਅਰਥ ਹੁੰਦਾ ਇੱਕ ਮਾਹੌਲ ਤਿਆਰ ਕਰਨਾ, ਜਿਸ ਮਾਹੌਲ 'ਚ ਅਗਲਾ ਕਲਾਕਾਰ ਬੰਦਾ ਆਪੇ ਹੀ ਆਪਣੇ ਸੁਪਨਿਆਂ ਤੱਕ ਦੀਆਂ ਗੱਲਾਂ ਕਰਨ ਲੱਗ ਪਏ। ਤੇ ਮੇਰੇ ਇਸ ਸੁਪਨੇ ਦੀ ਤਾਬੀਰ ਲਈ ਵੇਲਾ ਆ ਗਿਆ ਕਿ ਮੈਂ ਟੈਲੀਵਿਜ਼ਨ 'ਤੇ ਜਿਹੜੇ ਕਲਾਕਾਰਾਂ ਨਾਲ ਗੱਲਾਂ ਕਰਨੀਆਂ ਚਾਹਾਂ, ਉਹ ਅੱਧੇ ਘੰਟੇ ਦਾ ਪ੍ਰੋਗਰਾਮ ਹਰ ਮਹੀਨੇ ਪੇਸ਼ ਕੀਤਾ ਜਾਏਗਾ। ਇਹ ਕੋਈ ਸੀਰੀਅਲ ਨਹੀਂ ਸੀ, ਪਰ ਇਸ ਪੇਸ਼ਕਸ਼ ਦੀ ਸੂਰਤ ਇੱਕ ਸੀਰੀਅਲ ਵਰਗੀ ਸੀ, ਜਿਹਦੀ ਹਰ ਕੜੀ ਆਪੋ ਆਪਣੀ ਪੂਰੀ ਹੁੰਦੀ। ਤਾਂ ਵੀ ਇਸ ਲੜੀ ਦਾ ਨਾਂ ਸੋਚਣ ਲਈ ਜਦੋਂ ਮੈਨੂੰ ਆਖਿਆ ਗਿਆ, ਮੈਂ ਇਹਦਾ ਨਾਂ ਰੱਖਿਆ ਸ਼ੌਕ ਸੁਰਾਹੀ। ਇਹਦੇ ਲਈ ਹਰ ਮਹੀਨੇ ਮੈਂ ਕਿਸੇ ਕਲਾਕਾਰ ਨੂੰ ਚੁਣਨਾ ਹੁੰਦਾ ਸੀ। ਇਹ ਵੀ ਉਦੋਂ ਦੀ ਗੱਲ ਹੈ ਜਦੋਂ ਅਜੇ ਜਲੰਧਰ ਸਟੇਸ਼ਨ ਤਿਆਰ ਨਹੀਂ ਸੀ ਹੋਇਆ ਤੇ ਪੰਜਾਬੀ ਦਾ ਹਰ ਪ੍ਰੋਗਰਾਮ ਦਿੱਲੀ ਦੇ ਸਟੂਡੀਓ 'ਚ ਰਿਕਾਰਡ ਕੀਤਾ ਜਾਂਦਾ ਸੀ। ਤੇ ਜੇ ਕਦੀ ਸਟੂਡੀਓ ਨਹੀਂ ਸੀ ਮਿਲਦਾ ਤਾਂ ਮੇਰੇ ਘਰ ਹੀ
ਸਟੂਡੀਓ ਦਾ ਕੰਮ ਦੇ ਜਾਂਦਾ ਸੀ, ਜਿੱਥੇ ਟੈਲੀਵਿਜ਼ਨ ਵਾਲੇ ਆਪਣਾ ਕੈਮਰਾ, ਆਪਣਾ ਸਾਊਂਡ ਰਿਕਾਰਡਰ ਤੇ ਆਪਣੀਆਂ ਲਾਈਟਾਂ ਲੈ ਕੇ ਆ ਜਾਂਦੇ। ਸੁਰਿੰਦਰ ਕੌਰ ਤੇ ਦੀਨਾਨਾਥ ਡੇਰੇ ਵਾਲੇ ਜਿਹੇ ਕਲਾਕਾਰਾਂ ਦਾ ਪ੍ਰੋਗਰਾਮ ਉਂਝ ਹੀ ਰੌਣਕ ਲਾ ਦਿੰਦਾ ਸੀ ਕਿ ਗੱਲਾਂ ਬਾਤਾਂ 'ਚ ਉਹਨਾਂ ਕੋਲੋਂ ਗੀਤ ਵੀ ਗਵਾ ਲਏ ਜਾਂਦੇ ਸਨ। ਪਰ ਕਈ ਪ੍ਰੋਗਰਾਮ ਇਹੋ ਜਿਹੇ ਹੁੰਦੇ ਸੀ ਜਿਨ੍ਹਾਂ ਲਈ ਜੇ ਤਿਆਰੀ ਕਰਨੀ ਹੁੰਦੀ ਸੀ, ਉਹ ਮੇਰੇ ਕੋਲੋਂ ਬੜੀ ਮਿਹਨਤ ਮੰਗਦੀ ਸੀ। ਮਸਲਨ ਇੱਕ ਵਾਰੀ ਇੱਕ ਫਿਲਮ ਦੇ ਕਲਾਕਾਰ ਵਿਜੇ ਅਰੋੜਾ ਨਾਲ ਗੱਲਬਾਤ ਕਰਨੀ ਸੋਚਿਆ ਤਾਂ ਉਹਦੀ ਸੂਰਤ ਬਹੁਤ ਦਿਲਚਸਪ ਹੋ ਸਕਦੀ ਸੀ, ਜੋ ਵਿਜੇ ਅਰੋੜਾ ਦੀਆਂ ਉਹਨਾਂ ਫਿਲਮਾਂ ਦੇ ਕੁਝ ਹਿੱਸੇ ਮਿਲ ਸਕਦੇ ਜਿਨ੍ਹਾਂ 'ਚ ਉਹਨੇ ਕੰਮ ਕੀਤਾ ਸੀ। ਪਰ ਇਹ ਨਹੀਂ ਹੋ ਸਕਿਆ। ਇਸ ਲਈ ਇੱਕ ਵੱਖਰੇ ਪਹਿਲੂ ਤੋਂ ਇਹਨੂੰ ਪੇਸ਼ ਕਰਨਾ ਸੀ, ਜਿਹਦੇ ਲਈ ਮੈਂ ਬ੍ਰਿਟੈਨਿਕਾ ਦੀਆਂ ਜਿਲਦਾਂ ਵਿੱਚੋਂ ਉਹ ਜਾਣਕਾਰੀ ਹਾਸਲ ਕੀਤੀ ਜੋ ਇਸ ਕਿੱਤੇ ਨਾਲ ਤਾਲੁਕ ਰੱਖਦੀ ਸੀ, ਯਾਨੀ ਦੁਨੀਆ ਵਿੱਚ। ਲਾਹੌਰ ਰੇਡੀਓ ਤੋਂ ਇੱਕ ਲੂਥਰਾ ਸਾਹਿਬ ਹੁੰਦੇ ਸੀ, ਜੋ ਆਪਣੇ ਵੇਲੇ ਦੇ ਬੜੇ ਵਧੀਆ ਫੋਟੋਗ੍ਰਾਫਰ ਸਨ। ਹੁਣ ਉਹ ਦਿੱਲੀ 'ਚ ਸਨ। ਇੱਕ ਗੱਲਬਾਤ ਉਹਨਾਂ ਨਾਲ ਵੀ ਕੀਤੀ ਉਸ ਵੇਲੇ ਦੀਆਂ ਯਾਦਾਂ ਬਾਰੇ, ਇਸ ਵੇਲੇ ਦੇ ਮਸ਼ਹੂਰ ਗੀਤਾਂ ਬਾਰੇ ਜਿਨ੍ਹਾਂ ਨੇ ਲੋਕਾਂ ਨੂੰ ਦੀਵਾਨੀਆਂ ਕਰ ਦਿੱਤਾ ਸੀ। ਉਹਨਾਂ ਕੋਲ ਕਈ ਕਲਾਕਾਰਾਂ ਦੀਆਂ ਤਸਵੀਰਾਂ ਅਜੇ ਵੀ ਸਾਂਭੀਆਂ ਸਨ, ਇਸ ਲਈ ਗੱਲਬਾਤ ਦੇ ਦੌਰਾਨ ਉਹ ਤਸਵੀਰਾਂ ਵੀ ਵਿਖਾਉਣ ਦੇ ਕੰਮ ਆਈਆਂ। ਧਨਰਾਜ ਭਗਤ ਬੁੱਤ ਤਰਾਸ਼ ਸਨ। ਉਹਨਾਂ ਦਾ ਕੰਮ ਉਹਨਾਂ ਦੇ ਘਰ ਦੇ ਕਈ ਕਮਰਿਆਂ 'ਚ ਫੈਲਿਆ ਸੀ, ਇਸ ਲਈ ਸਾਰਾ ਅਮਲਾ ਲੈ ਕੇ ਮੈਂ ਉਹਨਾਂ ਦੇ ਘਰ ਗਈ ਸੀ। ਉਹਨਾਂ ਨਾਲ ਪਹਿਲੇ ਵੇਲੇ ਦੀ ਜਦੋਂ ਜਹਿਦ ਦੀਆਂ ਗੱਲਾਂ ਵੀ ਕਰਦੀ ਰਹੀ ਤੇ ਉਹਨਾਂ ਦੀ ਆਵਾਜ਼ ਦੇ ਨਾਲ ਨਾਲ ਕੈਮਰਾ ਉਹਨਾਂ ਦੇ ਬਣਾਏ ਛੋਟੇ-ਛੋਟੇ ਬੁੱਤ ਵੀ ਸਾਂਭਦਾ ਰਿਹਾ। ਪਾਕਿਸਤਾਨ ਤੋਂ ਫੈਜ਼ ਸਾਹਿਬ ਆਏ ਸਨ ਦਿੱਲੀ। ਮੈਂ ਉਹਨਾਂ ਨੂੰ ਮਨਾ ਲਿਆ ਕਿ ਉਹ ਸ਼ੌਕ ਸੁਰਾਈ ਪ੍ਰੋਗਰਾਮ ਵਾਸਤੇ ਅੱਧਾ ਘੰਟਾ ਪੰਜਾਬੀ 'ਚ ਗੱਲਾਂ ਕਰਨਗੇ। ਪਹਿਲਾ ਮੌਕਾ ਸੀ ਤੇ ਹੁਣ ਕਹਿ ਸਕਦੀ ਹਾਂ ਆਖਰੀ ਮੌਕਾ ਸੀ ਜਦੋਂ ਫੈਜ਼ ਸਾਹਿਬ ਨੇ ਕਿਸੇ ਪਬਲਿਕ ਮੀਡੀਆ 'ਤੇ ਆਪਣੀ ਜ਼ੁਬਾਨ ਬੋਲੀ ਸੀ, ਪੰਜਾਬੀ। ਉਹਨਾਂ ਦੀ ਆਖੀ ਇਹ ਗੱਲ ਲੋਕਾਂ ਤੱਕ ਪਹਿਲੀ ਵਾਰ ਪਹੁੰਚੀ ਕਿ ਉੱਠਦੀ ਜਵਾਨੀ ਵੇਲੇ ਜਦੋਂ ਉਹਨਾਂ ਦੇ ਅੰਦਰ ਸ਼ਾਇਰੀ ਜਾਗ ਪਈ ਤੇ ਉਹਨਾਂ ਦੇ ਸਾਹਮਣੇ ਇਹ ਸਵਾਲ ਸੀ ਕਿ ਸ਼ਾਇਰੀ ਉਰਦੂ 'ਚ ਕਰਾਂ ਜਾਂ ਪੰਜਾਬੀ 'ਚ, ਤੇ ਉਦੋਂ ਉਹਨਾਂ ਨੇ ਵਾਰਿਸ ਸ਼ਾਹ ਦਾ ਕਲਾਮ ਵੀ ਪੂਰਾ ਪੜ੍ਹਿਆ ਤੇ ਮਿਰਜ਼ਾ ਗਾਲਿਬ ਦਾ ਕਲਾਮ ਵੀ, ਤੇ ਉਹਨਾਂ ਨੂੰ ਜਾਪਿਆ ਮੈਂ ਕਿਸੇ ਨਾ ਕਿਸੇ ਤਰ੍ਹਾਂ ਮਿਰਜ਼ਾ ਗਾਲਿਬ ਦੇ ਵਾਰੇ ਵੱਟ ਲਵਾਂਗਾ, ਪਰ ਸਾਰੀ ਉਮਰ ਲਾ ਕੇ ਵੀ ਵਾਰਿਸ ਸ਼ਾਹ ਦੇ ਵਾਰੇ ਨਹੀਂ ਵੱਟ ਸਕਦਾ। ਇਸ ਲਈ ਉਹਨਾਂ ਨੇ ਫੈਸਲਾ ਕੀਤਾ ਕਿ ਮੈਂ ਉਰਦੂ 'ਚ ਸ਼ਾਇਰੀ ਕਰਾਂਗਾ, ਪੰਜਾਬੀ 'ਚ ਨਹੀਂ। ਇਸ ਫੈਜ਼ ਸਾਹਿਬ ਵਾਲੇ ਪ੍ਰੋਗਰਾਮ ਦੀ ਪੇਸ਼ਕਸ਼ ਬਾਰੇ ਪਾਕਿਸਤਾਨ ਤੋਂ ਆਈਆਂ ਚਿੱਠੀਆਂ ਦਾ ਸ਼ੁਮਾਰ ਨਹੀਂ ਸੀ। ਲੋਕ ਮੁੜ-ਮੁੜ ਕੇ ਉਸ ਪ੍ਰੋਗਰਾਮ ਨੂੰ ਵਿਖਾਉਣ ਦੀ ਮੰਗ ਕਰਦੇ ਰਹੇ ਤੇ ਇਹ ਸਿਲਸਿਲਾ ਉਦੋਂ ਬੰਦ ਹੋ ਗਿਆ ਜਦੋਂ ਜਲੰਧਰ ਦਾ ਟੈਲੀਵਿਜ਼ਨ ਸੈਂਟਰ ਤਿਆਰ ਹੋ ਗਿਆ ਸੀ ਤੇ ਫਿਰ ਹਰ ਰਿਕਾਰਡਿੰਗ ਜਲੰਧਰ ਤੋਂ ਹੋਣੀ ਲਾਜ਼ਮੀ ਹੋ ਗਈ ਸੀ ਤੇ ਜਲੰਧਰ ਦੇ ਟੈਲੀਵਿਜ਼ਨ ਸੈਂਟਰ ਦੀ ਇਬਤਦਾ 1979 'ਚ ਵਿਸਾਖੀ ਵਾਲੇ ਦਿਨ ਹੋਈ ਸੀ। ਇੱਕ ਪੈਗਾਮ 1986 'ਚ 23 ਅਕਤੂਬਰ ਦੀ ਰਾਤ ਸੀ ਜਦੋਂ ਇੱਕ ਸੁਪਨਾ ਹਕੀਕਤ ਦੇ ਰੰਗ 'ਚ ਰੰਗਿਆ ਹੋਇਆ ਵੇਖਿਆ। ਸਾਹਮਣੇ ਇੰਦਰਾ ਜੀ ਖੜੇ ਸਨ। ਹੋਠਾਂ ਉੱਤੇ ਹਲਕੀ ਜਿਹੀ ਮੁਸਕਰਾਹਟ ਸੀ। ਪਾਰਲੀਮੈਂਟ ਦੀਆਂ ਕਾਰਵਾਈਆਂ ਵੱਲ ਹੱਥ ਦਾ ਸੰਕੇਤ ਜਿਹਾ ਕਰਕੇ ਕਹਿਣ ਲੱਗੇ, ਤੂਨੇ ਇੱਕ ਬਾਤ ਕਹਿਣੀ ਹੈ ਦੇਸ਼ ਕੋ। ਮੈਂ ਹੈਰਾਨ ਜੀ ਨੇ ਪੁੱਛਿਆ, ਮੈਨੇ ਕਿਆ ਕਹੂੰ? ਇੰਦਰਾ ਜੀ ਦੀ ਆਵਾਜ਼ ਰਹੱਸਮਈ ਹੋ ਗਈ। ਰਾਤ को ढैया न लगने का दो अंधेरे का नहीं तो सूरज को आने में मुश्किल होगी। ਇਹ ਢਈਆ ਲਫ਼ਜ਼ ਸਿਤਾਰਿਆਂ ਦੇ ਇਲਮ ਦੀ ਗੱਲ ਹੁੰਦਾ ਹੈ ਤੇ ਜਦੋਂ ਸ਼ਨੀ ਕਿਸੇ ਦੇ ਸੁੱਖ ਸਥਾਨ ਤੇ ਆ ਜਾਂਦਾ 2.5 ਸਾਲ ਲਈ ਤੇ ਮੇਰੀ ਹੈਰਾਨੀ ਨੂੰ ਇੰਦਰਾ ਜੀ ਨੇ ਰਾਹ ਵਿਖਾ ਦਿੱਤਾ। आखिर इंसान में अगर कोई शक्ति है तो यही कि वो नेगेटिव ख्यालों को सुख स्थान पर आने से रोक सकता है। इसलिए कह रही हूँ कि रात को ढैया ना लगने दो अंधेरे का। मैं आहिस्ता जी पूछा, लेकिन कैसे? इंदिरा जी ने कहा, सारे देश में पॉजिटिव ख्यालों के चिराग जलाओ। उस वेले सुनिया कण कण विचों एक आवाज़ आ रही सी, रात को ढैया ना लगने दो अंधेरे का। एक कण कण विचों आउंदी आवाज़ सी कि अखां सामने जो कुछ दिस रहा सी वो लोप हो गया। मैं हैरान जई ने कमरे की बत्ती जगाई। उस वेले प्रभात दे 4:45 ਸੀ। इमरोज़ जदों चाह लैके आए तो चाह पींदियां मैं इमरोज़ नूं ये सब कुछ सुनाया तो पूछया, ये जो पैगाम मिलिया तूने एक बात कहनी है देश को, पता नहीं सी लग रहा मैं की कहना तो मेरी कौन सुनेगा? इमरोज़ कहन लगे, सारा कुछ डायरी 'ਚ लिख के रख लै। एक आदेश। उस घटना तो ठीक 15 दिन बाद 7 नवंबर की रात एक आवाज़ सुनाई दी। एक आदेश वर्गी, इस 19 नवंबर के दिन इंदिरा जी के जन्म दिवस पर सुबह के समय तुम एक आवाज़ उठाओ फिरका प्रस्ती के खिलाफ। बस इन्ने लफज सन, एक आदेश वर्गे, पर किसी की सूरत विखाई नहीं दिती कि कहण वाला कौन सी। आवाज़ मरदाना सी। यह आदेश भी इमरोज़ नूं सुनाया, डायरी 'ਚ लिख के रख लिया, पर कोई राह सामने नहीं सी दिसदा कि जो कुछ मैनूं कहा गया वो मैं किस तरह पूरा करांगी। सुपने की ताबीर। 16 नवंबर की दोपहर से जदों ब्रॉडकास्टिंग मिनिस्ट्री का एक खत मिलिया। 19 नवंबर इंदिरा जी के जन्म दिन ते सवेर सार मैं स्टूडियो नंबर 1 'ਚ पहुँच के पूरे देश नूं कौमी एकता की कसम दवानी है। स्टूडियो 'ਚ रेडियो के अफसर खड़े रहणगे। उस कसम नूं पिछे पिछे दोहराउण लई ते हर रेडियो सुणन वाले नूं इल्तजा की जाएगी कि जिथे भी है देश के किसी भी हिस्से 'ਚ
ਤੇ ਰੇਡੀਓ ਸੁਣ ਰਿਹਾ ਉਹ ਇਸ ਕਸਮ ਨੂੰ ਦੁਹਰਾਏ। ਨਾਲ ਹੀ ਮੈਨੂੰ ਇਤਲਾਹ ਦਿੱਤੀ ਗਈ ਕਿ ਉਸ ਦਿਨ ਸਵੇਰੇ 7:45 ਤੇ ਮੈਨੂੰ ਪੂਰੇ 5 ਮਿੰਟ ਦਿੱਤੇ ਜਾਣਗੇ, ਜਿਹਦੇ ਵਿੱਚੋਂ 5ਵਾਂ ਮਿੰਟ ਕਸਮ ਦਿਵਾਉਣ ਤੇ ਲੱਗੇਗਾ ਤੇ ਪਹਿਲੇ 4 ਮਿੰਟ ਮੈਂ ਜੋ ਚਾਹਾਂ ਪੂਰੇ ਦੇਸ਼ ਨੂੰ ਮੁਖਾਤਿਬ ਹੋ ਕੇ ਬੋਲ ਸਕਦੀ ਹਾਂ। ਇਸ ਤਰ੍ਹਾਂ ਮੈਂ ਆਪਣੇ ਕਿਸੇ ਸੁਪਨੇ ਦੀ ਤਾਬੀਰ ਕਦੇ ਵੇਖੀ ਨਹੀਂ ਸੀ। ਮੇਰੇ ਰੋਮ 'ਚ ਕੁਦਰਤ ਦਾ ਇਹ ਰਹੱਸ ਜਿਸ ਤਰ੍ਹਾਂ ਰੁਮਕਣ ਲੱਗ ਪਿਆ, ਉਹ ਮੇਰੇ ਲਫ਼ਜ਼ਾਂ ਦੀ ਪਕੜ 'ਚ ਨਹੀਂ ਆ ਸਕਦਾ। ਹੈਰਾਨ ਸੀ ਇਹ ਕਿਵੇਂ ਹੋਇਆ। ਸਰਕਾਰੀ ਅਫਸਰਾਂ ਲਈ ਕਿਸੇ ਇਹੋ ਜਿਹੀ ਰਸਮ ਦੀ ਅਦਾਇਗੀ ਮਿਨਿਸਟਰਾਂ ਦੇ ਹੱਥੋਂ ਹੁੰਦੀ ਹੈ, ਪਰ ਮੇਰੇ ਹੱਥੋਂ ਕਰਵਾਉਣ ਦਾ ਖਿਆਲ ਕਿਹਨੂੰ ਆਇਆ। ਇਹ ਵੀ ਪਤਾ ਸੀ ਕਿ ਬ੍ਰੌਡਕਾਸਟਿੰਗ ਦੇ ਇਤਿਹਾਸ 'ਚ ਅਜਿਹੀ ਕਸਮ ਨੂੰ ਬ੍ਰੌਡਕਾਸਟ ਕਰਨ ਦਾ ਇਹ ਪਹਿਲਾ ਵੇਲਾ ਹੈ। ਪਹਿਲਾਂ ਕਦੇ ਇੰਜ ਨਹੀਂ ਸੀ ਹੋਇਆ। ਜੋ ਪੈਗਾਮ ਮੈਨੂੰ ਸੁਪਨੇ 'ਚ ਮਿਲਿਆ ਸੀ, ਨਾਲ ਹੀ ਆदेश कि इंदिरा जी के जन्म दिवस पर सुबह के समय एक आवाज़ उठाओ फिरका प्रस्ती के खिलाफ, वो पैगाम, वो आदेश मेरे लूं ਵਿੱਚ ਉਤਰ ਗਿਆ। ਇਹ ਸਾਰਾ ਵਾਕਿਆ ਮੈਂ ਬਾਅਦ 'ਚ ਆਪਣੀ ਕਿਤਾਬ ਲਾਲ ਧਾਗੇ ਦਾ ਰਿਸ਼ਤਾ 'ਚ ਲਿਖਿਆ ਸੀ, ਜੋ 1999 'ਚ ਪ੍ਰਕਾਸ਼ਿਤ ਹੋਈ ਸੀ। ਪਰ ਹੁਣ ਜਦੋਂ ਆਵਾਜ਼ ਦੀ ਦੁਨੀਆ ਦਾ ਪੂਰਾ ਸਿਲਸਿਲਾ ਲਿਖਣ ਲੱਗੀ ਹਾਂ ਤਾਂ ਇਸ ਕਰਾਮਾਤੀ ਵਾਕਿਆ ਦਾ ਇੱਥੇ ਦੁਹਰਾਏ ਜਾਣਾ ਲਾਜ਼ਮੀ ਹੋ ਗਿਆ। ਉਸ ਦਿਨ 7:45 ਤੇ ਪੂਰੇ 4 ਮਿੰਟ ਮੈਂ ਜੋ ਆਪਣੇ ਵੱਲੋਂ ਬੋਲੀ ਸੀ, ਪੂਰੇ ਦੇਸ਼ ਨੂੰ ਮੁਖਾਤਿਬ ਹੋ ਕੇ, ਉਹਦਾ ਅੱਖਰ ਅੱਖਰ ਮੇਰੇ ਸਾਰੇ ਵਜੂਦ ਦੀ ਇੱਕ ਧੁਨੀ ਸੀ। ਉਸ ਘੜੀ मेरा पूरा वजूद एक आवाज़ बन गया सी। दोस्तों, आज हम फ़िरका प्रस्ती के जिस स्याह दौर से गुज़र रहे हैं, उसी दर्द में तड़प कर मैं एक वाक़या आपके सामने रखना चाहती हूँ कि जब देश के कई हिस्सों में फ़िरका प्रस्ती की आग सुलगाई जाने लगी, तो एक दिन इंदिरा जी ने निहायत उदासीनता के पल में मुझे अकेले में बुलाकर कहा था, यह जो कुछ हो रहा है मैं पूरे देश के सामने जवाबदेह हूँ, लेकिन अपने को इस कदर अकेला महसूस करती हूँ कि खामोश हूँ। क्या कहूँ अपने लोगों से? जो लोग कार्य के लिए चुने जाते हैं वो यहाँ मेरे सामने देश की एकता को बनाए रखने की शपथ लेकर चलते हैं और फिर वही यह फ़िरका प्रस्ती की आग सुलगाने लगते हैं, तो मैं क्या करूँ उनका? दोस्तों, आज के दिन हमने किसी को पाया था, फिर अपने ही हाथों खो दिया। 5 तंत्र की काया एक नाम से संबंधित होती है, लेकिन कुछ एक लोग जब लौकिकता से अलौकिकता की यात्रा तय कर लेते हैं तो उनका नाम एक काया से संबंधित होते हुए भी काया मुक्त हो जाता है, काल मुक्त हो जाता है। इसलिए कहना चाहती हूँ कि आज का दिन एक नाम से संबंधित होते हुए भी पूरे देश की चेतना से संबंधित है, पूरे देश की गौरवता से संबंधित है, पूरे देश की अखंडता से संबंधित है। इसलिए चाहती हूँ कि आज के दिन हम सब अकेले भी और मिलकर भी अक्षर से अर्थ तक की यात्रा करें, जड़ से चेतन तक की यात्रा करें और देश की एकता को बरकरार रखने के लिए हम एक ऐसी शब्द लें जो आज एक रस्मिया शब्द ना हो, बिल्कुल एक अंतर्ध्वनि की तरह वो हमारे भीतर से उठे, हमारे होठों की आवाज़ हमारे ज़मीर की आवाज़ बन जाए और हमारे अंतर की ध्वनि आंतरिक शक्तियों को जगा दे और हमारा देश फ़िरका प्रस्ती के स्याह दौर से निकलकर एकता और अखंडता की मंजिल को पा सके। आवाज़ कभी मिटती नहीं। आइए अपनी आत्म शक्ति के बल पर, अपनी कर्म शक्ति के बल पर हम अपनी आवाज़ को मिलकर बुलंद करें। ਤੇ ਇਹਨਾਂ ਲਫ਼ਜ਼ਾਂ ਤੋਂ ਬਾਅਦ ਮੈਂ ਸ਼ਬਦ ਦੇ ਲਫ਼ਜ਼ ਬੋਲੇ ਸਨ। ਅੱਗੇ ਜੋ ਸਟੂਡੀਓ ਵਿੱਚ ਆਏ ਹੋਏ ਅਫਸਰ ਪਿੱਛੇ ਦੁਹਰਾਉਂਦੇ ਗਏ ਸਨ। मैं सत्य निष्ठा से प्रतिज्ञा करती हूँ कि देश की आज़ादी और एकता बनाए रखने और उसे मजबूत करने के लिए समर्पित होकर कार्य करूँगी। मैं ये भी प्रतिज्ञा करती हूँ कि कभी हिंसा का सहारा नहीं लूँगी। मेरा विश्वास है कि धर्म, भाषा, क्षेत्र से संबंधित भेदभाव और झगड़ों और अन्य राजनीतिक या आर्थिक शिकायतों का निपटारा शांतिपूर्ण तथा वैधानिक तरीकों से किया जाए। इस शपथ ਦੇ ਲਫ਼ਜ਼ ਮੈਨੂੰ ਲਿਖ ਕੇ ਦਿੱਤੇ ਗਏ ਸਨ, ਪਰ ਇਹ ਤੋਂ ਪਹਿਲੇ 4 ਮਿੰਟਾਂ ਦੇ ਸਾਰੇ ਅੱਖਰ ਮੇਰੀ ਲੂੰ ਦੀ ਆਵਾਜ਼ ਸਨ। ਇਹ ਵਾਕਿਆ ਸੁਪਨੇ ਤੋਂ ਲੈ ਕੇ ਉਹਦੀ ਤਾਬੀਰ ਤੱਕ ਮੇਰੀ ਜ਼ਿੰਦਗੀ ਦਾ ਅਚੰਭਾ ਹੈ। ਕੁਦਰਤ ਦੀ ਕਿਹੜੀ ਸ਼ਕਤੀ ਨੇ ਇਸ ਸੁਪਨੇ ਨੂੰ ਤਾਬੀਰ ਦਿੱਤੀ ਹੈ ਮੈਂ ਨਹੀਂ ਜਾਣਦੀ, ਪਰ ਇਹ ਮੇਰਾ ਸੁਪਨਾ ਇੱਕ ਯਾਦਗਾਰੀ ਸੁਪਨਾ ਹੈ ਜਿਹਨੂੰ ਮੈਂ 26 ਦਿਨਾਂ ਦੇ ਅੰਦਰ ਸੱਚ ਹੁੰਦਾ ਵੇਖਿਆ ਸੀ। ਅਖੀਰਲਾ ਭਾਗ ਹੈ ਹੈਲੋ ਮਾਈਕ। ਇੱਕ ਮਾਈਕਰੋਫੋਨ ਹੁੰਦਾ ਹੈ ਇਨਸਾਨ ਦੀ ਬੜੀ ਕੀਮਤੀ ਇਜਾਦ, ਜੋ ਜ਼ਾਹਿਰਾ ਜ਼ਹੂਰ ਕਿਸੇ ਸ਼ਾਇਰ, ਕਲਾਕਾਰ ਦੇ ਕਿਸੇ
ਵਿਚਾਰਵਾਨ ਦੇ ਸਾਹਮਣੇ ਬਹਿ ਕੇ ਉਹਦੀ ਸੋਚ ਨੂੰ, ਉਹਦੇ ਸੁਰਾਂ ਨੂੰ ਤੇ ਉਹਦੀ ਆਵਾਜ਼ ਨੂੰ ਲੱਖਾਂ ਲੋਕਾਂ ਤੱਕ ਲੈ ਜਾਂਦਾ ਹੈ। ਇੱਕ ਮਾਈਕ੍ਰੋਫੋਨ ਹੁੰਦਾ ਹੈ ਜਿਹਨੂੰ ਸਾਜ਼ਿਸ਼ਾਂ ਵਾਲਿਆਂ ਨੇ ਆਪਣਾ ਬੰਦੀ ਬਣਾ ਲਿਆ ਹੁੰਦਾ ਹੈ। ਉਹ ਕਦੇ ਸਾਹਮਣੇ ਨਹੀਂ ਆਉਂਦਾ, ਪਰ ਉਹਦਾ ਕਰਮ ਹਰ ਵੇਲੇ ਕਿਸੇ ਸ਼ਾਇਰ ਸੋਚਵਾਨ ਦੀ ਜ਼ਿੰਦਗੀ 'ਚ ਪ੍ਰੇਤੀ ਸਾਏ ਵਰਗਾ ਹੋ ਜਾਂਦਾ ਹੈ। ਬੋਰਿਸ ਪਾਸਤਰਨਾਕ ਨੇ ਸੋਵੀਅਤ ਰੂਸ ਦੇ ਨਿਜ਼ਾਮ ਨੂੰ ਵੇਖ ਕੇ ਪੂਰਾ ਅੰਦਾਜ਼ਾ ਲਾ ਲਿਆ ਸੀ ਕਿ ਵੇਲੇ ਦੇ ਚਿੰਤਨਸ਼ੀਲ ਲੋਕ ਹੋਣੀਆਂ ਦੇ ਜਾਈ ਹਨ। ਇਸ ਲਈ ਉਹ ਜਦੋਂ ਉਸ ਔਰਤ ਨੂੰ ਮਿਲਦਾ ਜਿਹਨੂੰ ਉਹ ਪਿਆਰ ਕਰਦਾ ਸੀ, ਓਲਗਾ ਆਈਵਿਨਸਕਾਇਆ ਨੂੰ, ਤਾਂ ਉਹਦੇ ਨਜ਼ਦੀਕੀ ਮਿੱਤਰ ਉਹਨੂੰ ਮੁੜ-ਮੁੜ ਤਾਕੀਦ ਕਰਦੇ ਕਿ ਮੁਹੱਬਤ ਦੇ ਪਿਘਲੇ ਹੋਏ ਪਲਾਂ ਵਿੱਚ ਵਕਤ ਦੀ ਸੱਤਾ ਬਾਰੇ ਕੋਈ ਗੱਲ ਮੂੰਹੋਂ ਨਾ ਕੱਢ ਬਵੀਂ। ਸਾਡੇ ਰਹਿਣ ਵਾਲੀਆਂ ਥਾਵਾਂ 'ਚ ਹਿਡਨ ਮਾਈਕ ਵਿਛੇ ਹੋਏ ਹਨ। ਸ਼ਾਇਦ ਜਿਸ ਵੇਲੇ ਤੂੰ ਬਿਜਲੀ ਦਾ ਬਟਨ ਦਬਾਏ ਉਸ ਵੇਲੇ ਕੋਈ ਲੁਕਾਇਆ ਹੋਇਆ ਮਾਈਕ ਵੀ ਚਾਲੂ ਹੋ ਜਾਏ ਤੇ ਗੱਲਾਂ ਉੱਥੇ ਪਹੁੰਚ ਜਾਣ ਜਿੱਥੋਂ ਕੋਈ ਵਾਪਸੀ ਨਹੀਂ ਹੁੰਦੀ। ਪਾਸਤਰਨਾਕ ਇਹ ਸਭ ਕੁਝ ਜਾਣਦਾ ਸੀ ਕਿ ਉਹਦੇ ਕੋਲ ਕੋਈ ਜ਼ਾਤੀ ਵੇਲਾ ਨਹੀਂ ਸੀ। ਨਿੱਜੀ ਤੋਂ ਨਿੱਜੀ ਵੇਲੇ ਵਿੱਚ ਵੀ ਇੱਕ ਪ੍ਰੇਤੀ ਸਾਇਆ ਖੜਾ ਹੁੰਦਾ ਸੀ, ਪਰ ਉਹ ਸੁਭਾਅ ਵੱਲੋਂ ਸਹਿਜ ਸੀ, ਹਸਮੁਖ ਸੀ। ਇਸ ਲਈ ਆਪਣੀ ਓਲਗਾ ਨਾਲ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਸਾਰੀਆਂ ਕੰਧਾਂ ਵੱਲ ਵੇਖ ਕੇ ਕਹਿੰਦਾ ਹੁੰਦਾ ਸੀ, ਹੈਲੋ ਮਾਈ ਡੀਅਰ ਮਾਈਕ। ਇਹ ਇੱਕ ਪ੍ਰੇਤੀ ਸਾਏ ਦੀ ਹੋਂਦ ਨੂੰ ਤਸਲੀਮ ਕਰਨਾ ਹੁੰਦਾ ਸੀ। ਇਸ ਲੁਕਵੇਂ ਮਾਈਕ ਦੀਆਂ ਕਈ ਸੂਰਤਾਂ ਹੁੰਦੀਆਂ ਹਨ। ਕਈ ਵਾਰ ਜਦੋਂ ਦਿਲ ਦੀ ਗੱਲ ਕਹਿਣ ਸੁਣਨ ਵਾਲਾ ਕੋਈ ਨਹੀਂ ਹੁੰਦਾ ਤਾਂ ਕਾਗਜ਼ ਉੱਤੇ ਪਾਏ ਹੋਏ ਹਰਫਾਂ ਨੂੰ ਵੀ ਅਗਲੇ ਇਹ ਸੂਰਤ ਦੇ ਲੈਂਦੇ ਹਨ। ਮੈਂ ਜਦੋਂ ਹੰਗਰੀ ਗਈ ਸੀ, ਕੁਝ ਉਹ ਸ਼ਾਇਰ ਵੀ ਮਿਲੇ ਜੋ ਕਈਆਂ ਵਰ੍ਹਿਆਂ ਲਈ ਸਾਇਬੇਰੀਆ 'ਚ ਰੱਖੇ ਗਏ ਸਨ, ਤੇ ਜਦੋਂ ਚਿਰਾਂ ਪਿੱਛੋਂ ਸਹਿਕਵਾਂ ਦਿਨ ਆਇਆ ਸੀ ਉਹਨਾਂ ਦੇ ਰਿਹਾ ਹੋਣ ਦਾ, ਤਾਂ ਤਲਾਸ਼ੀ ਵੇਲੇ ਉਹਨਾਂ ਦੇ ਝੋਲਿਆਂ 'ਚੋਂ ਕੁਝ ਨਜ਼ਮਾਂ ਨਿਕਲੀਆਂ ਸਨ ਜਿਨ੍ਹਾਂ ਦੇ ਅਰਥਾਂ ਵਿੱਚ ਖੌਰੇ ਅਗਲਿਆਂ ਨੇ ਬਗਾਵਤ ਦੇ ਕਿਹੜੇ ਬੀਜ ਲੱਭ ਲਏ ਕਿ ਉਹਨਾਂ ਨੂੰ ਮੁੜ ਕੇ ਸਾਇਬੇਰੀਆ ਭੇਜ ਦਿੱਤਾ ਗਿਆ ਸੀ, ਕੁਝ ਵਰ੍ਹੇ ਹੋਰ ਕੈਦ ਕੱਟਣ ਲਈ। ਇਹ ਲੁਕਵੇਂ ਮਾਈਕ ਕਈ ਵਾਰ ਆਪਣੇ ਹੀ ਮਿੱਤਰ ਬੋਲੀ ਬਣ ਜਾਂਦੇ ਹਨ, ਜਿਨ੍ਹਾਂ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਮੁਖਬਰ ਬਣ ਚੁੱਕੇ ਹੁੰਦੇ ਹਨ, ਇਨਫਾਰਮਰ। ਤੇ ਕਈ ਵਾਰ ਅਜਿਹੇ ਮਿੱਤਰ ਬੇਲੀ ਵੀ ਹੁੰਦੇ ਹਨ ਜਿਨ੍ਹਾਂ ਨਾਲ ਕਿਸੇ ਘੜੀ ਦੁੱਖ ਵੰਡਾਇਆ ਹੋਵੇ ਤਾਂ ਵਰ੍ਹਿਆਂ ਪਿੱਛੋਂ ਜਾ ਕੇ ਉਹਨਾਂ ਦੇ ਲਿਖੇ ਅਜਿਹੇ ਕਾਗਜ਼ ਪੜ੍ਹਨ ਨੂੰ ਮਿਲਦੇ ਹਨ ਜਿਨ੍ਹਾਂ 'ਚ ਗਾਲ ਮੰਦਾ ਤੱਕ ਦੀ ਜ਼ਬਾਨ ਇਨਵਰਟਿਡ ਕੌਮਿਆਂ 'ਚ ਪਾ ਕੇ ਲਿਖੀ ਹੋਈ ਮਿਲਦੀ ਹੈ, ਤੇ ਜਿਹੜੀ ਗੱਲ ਦਾ ਸਾਰੇ ਅਫਸਾਨੇ 'ਚ ਜ਼ਿਕਰ ਨਹੀਂ ਹੁੰਦਾ ਉਹ ਗੱਲ ਇਹਨਾਂ ਦੇ ਮਾਈਕ ਨੇ ਸੁਣੀ ਹੁੰਦੀ ਹੈ। ਜ਼ਾਹਿਰ ਹੈ ਕਿ ਇਨਸਾਨੀ ਮਾਈਕ ਕਿਸੇ ਵੀ ਯਾਂਤਰਿਕ ਮਾਈਕ ਨਾਲੋਂ ਕਿਤੇ ਵੱਧ ਖਤਰਨਾਕ ਹੁੰਦਾ ਹੈ। ਇਹਨਾਂ ਸਾਰੀਆਂ ਹਾਲਤਾਂ ਦਾ ਜਾਇਜ਼ਾ ਲੈਂਦਿਆਂ ਇੱਕ ਵਾਰ ਰੋਮਾਨੀਆ ਦੇ ਸ਼ਾਇਰ ਮਾਰਿਨ ਸੋਰੈਸਕੂ ਨੇ ਇੱਕ ਨਜ਼ਮ ਲਿਖੀ ਸੀ, ਮੈਂ ਕਦੇ ਤਰਕਾਲਾਂ ਨੂੰ ਗੁਆਂਢੀਆਂ ਦੇ ਘਰ ਜਾਂਦਾ ਹਾਂ ਤੇ ਉਹਨਾਂ ਕੋਲੋਂ ਕੁਝ ਕੁਰਸੀਆਂ ਮੰਗ ਕੇ ਲਿਆਉਂਦਾ ਹਾਂ, ਬੜੇ ਕਰੀਨੇ ਦੇ ਨਾਲ ਕੁਰਸੀਆਂ ਸਜਾਉਂਦਾ ਹਾਂ, ਫਿਰ ਉਹਨਾਂ ਨੂੰ ਆਪਣੀਆਂ ਨਜ਼ਮਾਂ ਸੁਣਾਉਂਦਾ ਹਾਂ। ਇਹ ਬੈਠਕ ਬੜੀ ਇਮਾਨਦਾਰ ਹੁੰਦੀ ਹੈ, ਕਿਸੇ ਵਾਹਵਾ ਦਾ ਦਿਖਾਵਾ ਨਹੀਂ ਹੁੰਦਾ, ਨਾ ਝੂਠੀਆਂ ਤਾਲੀਆਂ ਦੀ ਆਵਾਜ਼ ਤੇ ਨਾ ਕੋਈ ਸੈਂਸਰ। ਯਾਨੀ ਅਜਿਹੀ ਬੈਠਕ 'ਚ ਕੋਈ ਮਾਈਕ ਨਹੀਂ ਹੁੰਦਾ, ਕੋਈ ਮੁਖਬਰ ਨਹੀਂ ਹੁੰਦਾ, ਪਰ ਜਿਨ੍ਹਾਂ ਲੱਗੀਆਂ ਵਾਲਿਆਂ ਨੇ ਕੁਝ ਲਿਖਣਾ ਬੋਲਣਾ ਜ਼ਰੂਰ ਹੁੰਦਾ ਹੈ, ਉਹਨਾਂ ਕਿਸੇ ਨਾ ਕਿਸੇ ਥਾਂ 'ਤੇ ਪਾਸਤਰਨਾਕ ਬਣਨਾ ਹੁੰਦਾ ਹੈ। ਹਰ ਲੁਕਵੇਂ ਮਾਈਕ ਵਾਲੀ ਤਕਦੀਰ ਵੀ ਪਾਣੀ ਹੁੰਦੀ ਹੈ, ਤੇ ਇਸ ਤਕਦੀਰ ਦੀ ਮਨਜ਼ੂਰੀ ਦਿੰਦਿਆਂ ਇਹ ਵੀ ਆਖਣਾ ਹੁੰਦਾ, ਹੈਲੋ ਮਾਈ ਡੀਅਰ ਮਾਈਕ। ਮਿੱਤਰਾਂ ਦੀ ਸੂਰਤ ਵਿੱਚ ਜਿਹੜੇ ਮਾਈਕ ਮੇਰੀ ਜ਼ਿੰਦਗੀ 'ਚ ਆਏ, ਜੋ ਮੇਰੇ ਸਾਹਮਣੇ ਬਹਿ ਕੇ ਕੁਝ ਹੋਰ ਬੋਲਦੇ ਸਨ ਤੇ ਬਾਹਰ ਜਾ ਕੇ ਕੁਝ ਹੋਰ ਲਿਖਦੇ ਸਨ, ਉਹਨਾਂ ਸਾਰਿਆਂ ਨੂੰ ਹੈਲੋ ਮਾਈ ਡੀਅਰ ਮਾਈਕ ਆਖੇ ਤੇ ਅਸਲੋਂ ਲਾਂਭੇ ਕਰਕੇ ਮੈਂ ਕਹਿ ਸਕਦੀ ਹਾਂ ਕਿ ਮੇਰੀ ਆਵਾਜ਼ ਨੂੰ ਅਮਨ ਅਮਾਨ ਹਜ਼ਾਰਾਂ ਲੱਖਾਂ ਲੋਕਾਂ ਤੱਕ ਲੈ ਜਾਣ ਵਾਲਾ ਰੇਡੀਓ ਮਾਈਕ ਮੈਨੂੰ ਜ਼ਿੰਦਗੀ 'ਚ ਇਸ ਤਰ੍ਹਾਂ ਨਸੀਬ ਹੋਇਆ ਹੈ, ਵਰ੍ਹਿਆਂ ਦੇ ਵਰ੍ਹੇ, ਕਿ ਮੇਰਾ ਬੋਲਿਆ ਲਿਖਿਆ ਸਖਾਰਥਾ ਹੋ ਗਿਆ। ਧੰਨਵਾਦ। ਸਮਾਪਤ।